ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਅਤੇ ਵਿਸ਼ਰਾਮ ਪ੍ਰਮਾਣਾਂ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib part with the meaning, punctuation, pronunciation, and examples. So, Japji ਪਾਵਨ ਬਾਣੀ ਨੂੰ ਸਮਝਣ ਵਾਸਤੇ, ਗੁਰਬਾਣੀ ਨੂੰ ਸਮਝਣ ਵਾਸਤੇ ਵਿਦਵਾਨ ਪੁਰਸ਼ਾਂ ਨੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਹਨ: ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause, ardh vishram means a slightly longer pause, then alpa vishram. Purna vishram means a full stop. ਸੋ ਆਪਾਂ ਹਰ ਇੱਕ ਚੈਪਟਰ ਦੇ ਵਿੱਚ ਇਸ ਗੱਲ ਨੂੰ ਵਾਰ-ਵਾਰ ਰਿਪੀਟ ਕਰਦੇ ਹਾਂ। ਇਸ ਕਰਕੇ ਕਰਦੇ ਹਾਂ ਕਿ ਫਿਰ ਇਹਨਾਂ ਦੇ ਨਾਮ ਲੱਭਣ ਵਾਸਤੇ ਸਾਨੂੰ ਹੋਰ ਕੋਈ ਚੈਪਟਰ ਨਾ ਲੱਭਣਾ ਪਵੇ। ਹਰ ਚੈਪਟਰ ਦੀ ਸਟਾਰਟ ਦੇ ਵਿੱਚ ਡਿਟੇਲ ਹੈਗੀ ਆ। ਤਾਂ ਜੋ ਅਸੀਂ ਗੁਰਬਾਣੀ ਦੇ ਅਰਥ ਕਰਦੇ ਹਾਂ, ਉਹ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਦੇ ਅਨੁਸਾਰ, ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ, ਸੰਤ ਕਿਰਪਾਲ ਸਿੰਘ ਜੀ ਵੱਲੋਂ ਲਿਖੇ ਹੋਏ ਅਮੀਰ ਭੰਡਾਰ ਗ੍ਰੰਥ ਦੇ ਅਰਥਾਂ ਦੇ ਅਨੁਸਾਰ। ਇਹ ਮੇਨ ਰੈਫਰੈਂਸਸ ਹੈ ਅਰਥਾਂ ਦੀ, ਬਟ ਹੋਰ ਵੀ ਵਿਦਵਾਨ ਪੁਰਸ਼ਾਂ ਦੇ, ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਗੁਰਬਾਣੀ ਐਕਸਪਲੋਰਰ, ਈਸ਼ਰ ਮਾਈਕਰੋਮੀਡੀਆ, ਹੋਰ ਮਹਾਨ ਵਿਦਵਾਨ ਜਿੰਨੇ ਹੋਏ ਨੇ, ਪ੍ਰੋਫੈਸਰ ਪੂਰਨ ਸਿੰਘ ਜੀ, ਗਿਆਨੀ ਮਾਨ ਸਿੰਘ ਜੀ ਝੀਵਰ, ਹੋਰ ਕਿੰਨੇ ਹੀ ਹੋਏ ਹਨ। ਸਾਰਿਆਂ ਦੇ ਵਿਚਾਰਾਂ ਨੂੰ ਪੜ੍ਹਿਆ ਤੇ ਸਾਰਿਆਂ ਦੇ ਜੋ ਅਰਥ ਹਨ ਇੱਕ ਦੂਜੇ ਦੇ ਨਾਲ ਮੇਲ ਖਾਤੇ ਆ। ਇਸ ਕਰਕੇ ਫਿਰ ਇਹਨਾਂ ਅਰਥਾਂ ਨੂੰ ਆਪਾਂ ਸ਼ਾਰਟ ਦੇ ਵਿੱਚ ਲਿਖ ਦਿੱਤਾ। ਹੁਣ ਤੱਕ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 38 ਪੌੜੀਆਂ ਕੰਪਲੀਟ ਕਰ ਚੁੱਕੇ ਆ। ਮੀਨਸ ਜਪਜੀ ਸਾਹਿਬ ਦੀ ਬਾਣੀ ਦੇ ਅਰਥ ਪੂਰਨ ਹੋ ਚੁੱਕੇ ਹਨ। ਹੁਣ ਲਾਸਟ ਤੇ ਸ਼ਲੋਕ ਦੇ ਅਰਥ ਰਹਿੰਦੇ ਆ, ਤੇ ਹੁਣ ਆਪਾਂ ਸ਼ਲੋਕ ਦੇ ਅਰਥ ਕਰਾਂਗੇ। ਜਪਜੀ ਸਾਹਿਬ ਜੀ ਦੀਆਂ 38 ਪੌੜੀਆਂ ਆਲਰੇਡੀ ਕੰਪਲੀਟ ਹੋ ਚੁੱਕੀਆਂ। ਸੋ ਸ਼ਲੋਕ ਪੌੜੀਆਂ ਦੀ ਗਿਣਤੀ ਤੋਂ ਬਾਹਰ ਹੈ, ਕਿਉਂਕਿ ਇਸ ਸ਼ਲੋਕ ਦੇ ਐਂਡ ਤੇ ਨਾਨਕ ਲਿਖਿਆ ਨਾਲ ਦੇ ਨਾਲ ਇੱਕ ਲਿਖਿਆ ਹੋਇਆ ਹੈ, ਏਕਾ ਪਾ ਕੇ। ਸੋ ਹੈ ਜਪਜੀ ਸਾਹਿਬ ਜੀ ਦਾ ਹਿੱਸਾ ਹੀ ਇਹ ਸ਼ਲੋਕ, ਪਰ ਪੌੜੀਆਂ ਦੀ ਗਿਣਤੀ ਤੋਂ ਬਾਹਰ ਹੈ। ਸੋ ਪਹਿਲਾਂ ਆਪਾਂ ਸ਼ਲੋਕ ਦੇ ਅਰਥ ਪੜ੍ਹਦੇ ਵੀ ਸ਼ਲੋਕ ਦਾ ਮੀਨਿੰਗ ਕੀ ਹੈ। ਇੱਥੇ ਜਪਜੀ ਸਾਹਿਬ ਵਿੱਚ ਲਿਖੇ ਹੋਏ ਸ਼ਲੋਕ ਦਾ ਕੀ ਮੀਨਿੰਗ ਹੈ। ਸ਼ਲੋਕ ਦਾ ਭਾਵ ਹੁੰਦਾ ਹੈ ਕਿ ਜੋ ਗੱਲਾਂ ਪਹਿਲਾਂ ਕਹੀਆਂ ਗਈਆਂ ਹਨ ਜਾਂ ਅੱਗੋਂ ਕਹਿਣ ਲੱਗੇ ਹਾਂ, ਇਹ ਉਹਨਾਂ ਦਾ ਤਤਸਾਰ ਹੁੰਦਾ ਹੈ। ਤਤਸਾਰ ਮੀਨਸ ਸ਼ਾਰਟ ਸਮਰੀ ਔਰ ਮੀਨਿੰਗ। ਜਿਵੇਂ ਸੁਖਮਨੀ ਸਾਹਿਬ ਵਿੱਚ ਸ਼ਲੋਕ ਪਹਿਲਾਂ ਲਿਖੇ ਗਏ ਹਨ
ਅਤੇ ਉਸ ਸ਼ਲੋਕ ਦੇ ਤੱਤ ਸਾਰ ਦਾ ਵਿਖਿਆਨ ਅਸ਼ਟਪਦੀਆਂ ਦੇ ਵਿੱਚ ਕੀਤਾ ਗਿਆ। ਸ਼ਲੋਕ ਦੀਆਂ ਨਾਰਮਲੀ 2 ਪੰਕਤੀਆਂ ਹੁੰਦੀਆਂ। ਸ਼ਲੋਕ ਮੀਨਸ ਥੋੜੇ ਜਿਹੇ ਸ਼ਬਦ ਹੋਣ ਤੇ ਉਹਦੇ ਵਿੱਚ ਗੱਲ ਬਹੁਤ ਵੱਡੀ ਕੀਤੀ ਗਈ ਹੋਵੇ। 2 ਲਾਈਨਾਂ ਦੇ ਵਿੱਚ ਪੂਰਨ ਹਿਸਟਰੀ ਕਹਿ ਦਿੱਤੀ ਜਾਵੇ, ਉਸ ਨੂੰ ਸ਼ਲੋਕ ਕਿਹਾ ਜਾਂਦਾ ਹੈ। ਮਤਲਬ ਸ਼ਾਰਟ ਸਮਰੀ ਜਾਂ ਸਿੱਧਾ ਕਹਿ ਸਕਦੇ ਵੀ ਸ਼ਾਰਟ ਮੀਨਿੰਗ। ਜਿਵੇਂ ਸੁਖਮਨੀ ਸਾਹਿਬ ਦੇ ਵਿੱਚ ਸ਼ਲੋਕ ਹੈ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹੁਣ ਇਹ ਸ਼ਲੋਕ ਦੀਆਂ ਪੰਕਤੀਆਂ, ਇਹਦੇ ਵਿੱਚ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਦੱਸੀ ਆ। ਫਿਰ ਅੱਗੇ ਅਸ਼ਟਪਦੀ ਆ ਜਾਂਦੀ। ਫਿਰ ਅਸ਼ਟਪਦੀ ਦੇ ਵਿੱਚ ਇਸ ਸ਼ਲੋਕ ਦੇ ਕੰਪਲੀਟਲੀ ਖੁੱਲ ਕੇ ਮੀਨਿੰਗ ਲਿਖੇ ਗਏ ਆ, ਵਿਸਥਾਰ ਪੂਰਵਕ, ਡਿਟੇਲ ਵਾਈਜ਼। ਅੱਗੇ ਇਹਨਾਂ 3 ਲਾਈਨਾਂ ਦੇ ਸ਼ਲੋਕ ਦੇ ਜੋ ਮੀਨਿੰਗ ਹਨ, ਡੈਫੀਨੇਸ਼ਨ ਹੈ, ਉਹ ਡਿਟੇਲ ਵਾਈਜ਼ ਦਿੱਤੀ ਗਈ ਹੈ। ਇਸ ਸ਼ਲੋਕ ਦੀ ਵਿਆਖਿਆ ਕੀਤੀ ਗਈ ਅਸ਼ਟਪਦੀ ਦੇ ਵਿੱਚ ਕਿ ਬ੍ਰਹਮ ਗਿਆਨੀ ਕੀ ਚੀਜ਼ ਹੁੰਦੀ ਹੈ, ਬ੍ਰਹਮ ਗਿਆਨੀ ਕਿਸ ਨੂੰ ਆਖਦੇ ਹਨ ਤੇ ਉਹ ਕਿਹੋ ਜਿਹਾ ਹੁੰਦਾ ਹੈ। ਜਿਵੇਂ ਅਸ਼ਟਪਦੀ ਵਿੱਚ ਲਿਖਿਆ ਸ਼ਲੋਕ ਤੋਂ ਬਾਅਦ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੇਂ ਕਮਲ ਲੇਪ। ਪੂਰੀ ਡੈਫੀਨੇਸ਼ਨ ਦਿੱਤੀ ਗਈ ਹੈ ਬ੍ਰਹਮ ਗਿਆਨੀ ਦੀ। ਬ੍ਰਹਮ ਗਿਆਨੀ ਮਿੱਟੀ ਵਰਗਾ ਹੁੰਦਾ, ਧਰਤੀ ਵਰਗਾ ਹੁੰਦਾ, ਬ੍ਰਹਮ ਗਿਆਨੀ ਪਾਣੀ ਵਰਗਾ ਹੁੰਦਾ, ਬ੍ਰਹਮ ਗਿਆਨੀ ਧੁੱਪ ਵਰਗਾ ਹੁੰਦਾ, ਬ੍ਰਹਮ ਗਿਆਨੀ ਹਵਾ ਵਰਗਾ ਹੁੰਦਾ। ਇੰਨੀ ਡਿਟੇਲ ਦਿੱਤੀ ਗਈ ਹੈ। ਉੱਤੇ ਉਹਨਾਂ ਨੇ ਸ਼ਲੋਕ ਵਿੱਚ ਗੁਰੂ ਜੀ ਨੇ ਲਿਖਤਾ ਵੀ ਮਨ ਸਾਚਾ ਮੁਖ ਸਾਚਾ ਸੋਏ, ਜਿਹਦਾ ਮਨ ਸੱਚਾ ਹੈ ਮੂੰਹ ਵੀ ਸੱਚਾ ਹੈ। ਅਵਰ ਨਾ ਭੇਖੈ ਏਕ ਬਿਨ ਕੋਏ, ਜੋ ਪ੍ਰਮਾਤਮਾ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਦੇਖਦੇ। ਨਾਨਕ ਇਹ ਲੱਛਣ ਦਾ ਅਰਥ ਹੁੰਦਾ ਨਿਸ਼ਾਨੀਆਂ, ਨਿਸ਼ਾਨੀ। ਗੁਰੂ ਸਾਹਿਬ ਜੀ ਕਹਿੰਦੇ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ, ਇਹ ਬ੍ਰਹਮ ਗਿਆਨੀਆਂ ਦੀਆਂ ਨਿਸ਼ਾਨੀਆਂ। ਇਸ ਤਰ੍ਹਾਂ ਅਗਲੀ ਅਸ਼ਟਪਦੀ ਚ ਫਿਰ ਇਵੇਂ ਦੱਸਦਾ, ਇਵੇਂ ਜਿਵੇਂ। ਪਰ ਜਪਜੀ ਸਾਹਿਬ ਵਿੱਚ ਸਾਰੇ ਗਿਆਨ ਤੇ ਵਿਆਖਿਆ ਦਾ ਵਿਖਿਆਨ ਕਰਕੇ ਥੋੜਾ ਜਿਹਾ ਉਲਟੀ ਤਰੀਕੇ ਨਾਲ ਇੱਥੇ ਸ਼ਲੋਕ ਲਿਖਿਆ ਵੀ ਪਰਮਾਤਮਾ ਦੇ ਸਾਰੇ ਗੁਣਾਂ ਦੀ, ਸ੍ਰਿਸ਼ਟੀ ਦੀ, ਭਗਤੀ ਦੀ ਗੁਰੂ ਨਾਨਕ ਦੇਵ ਜੀ ਨੇ ਵਿਆਖਿਆ ਕਰਕੇ, ਵਿਖਿਆਨ ਕਰਕੇ, ਟਰਾਂਸਲੇਸ਼ਨ ਕਰਕੇ, ਡਿਟੇਲ ਵਾਈਜ਼ ਸਾਨੂੰ ਸਮਝਾ ਕੇ ਉਸ ਤੋਂ ਬਾਅਦ ਸ਼ਲੋਕ ਲਿਖਿਆ। ਅੰਤ ਦੇ ਵਿੱਚ ਗੁਰੂ ਜੀ ਨੇ ਸ਼ਲੋਕ ਲਿਖ ਦਿੱਤਾ ਕਿ ਹੇ ਭਾਈ, ਉਸ ਕਾਦਰ ਦੀ ਕੁਦਰਤ ਸਾਡਾ ਮਾਂ ਬਾਪ ਬਣ ਕੇ, ਸਾਡੇ ਨੌਕਰ ਚਾਕਰ ਬਣ ਕੇ ਸਾਡੀ ਸੰਭਾਲ ਕਰਦੀ ਹੈ। ਇਸ ਵਾਸਤੇ ਸਾਨੂੰ ਕੰਮਕਾਰ ਕਰਦਿਆਂ ਨਾਮ ਸਿਮਰਨ ਤੇ ਸ਼ੁਭ ਕਰਮ ਕਰਨੇ ਚਾਹੀਦੇ ਹਨ। ਸਾਨੂੰ ਕੰਮਕਾਰ ਕਰਦਿਆਂ ਨਾਮ ਸਿਮਰਨ ਤੇ ਸ਼ੁਭ ਕਰਮ ਕਰਨੇ ਚਾਹੀਦੇ ਆ, ਜਿਸ ਕਰਕੇ ਸਾਡੇ ਨਾਲ ਸਾਡੇ ਸੰਬੰਧੀ ਵੀ ਤਰ ਜਾਂਦੇ ਆ। ਮਤਲਬ ਇਸ ਸ਼ਲੋਕ ਦੇ ਵਿੱਚ ਇਹੀ ਗੱਲ ਕਹੀ ਹੈ, ਜੋ ਗੱਲਾਂ ਗੁਰੂ ਨਾਨਕ ਦੇਵ ਜੀ ਨੇ ਪਿੱਛੇ ਪੂਰੇ ਜਪਜੀ ਸਾਹਿਬ 38 ਪੌੜੀਜ਼ ਇਨਸਾਈਡ ਵਿੱਚ ਕਿਹਾ ਹੈ, 38 ਪੌੜੀਆਂ ਦੇ ਵਿੱਚ, ਉਸ ਦਾ ਹੁਣ ਫਲ ਮਹਾਤਮ ਦੱਸਦੇ ਆ ਗੁਰੂ ਸਾਹਿਬ ਜੀ ਸ਼ਲੋਕ ਦੇ ਵਿੱਚ ਕਿ ਜੇ ਮਨੁੱਖ ਇਸ ਤਰ੍ਹਾਂ ਕਰੇ ਜਿਵੇਂ ਅਸੀਂ ਪਿੱਛੇ ਦੱਸ ਕੇ ਆਏ ਹਾਂ, ਪਰਮਾਤਮਾ ਦੀ ਕੁਦਰਤ ਜੋ ਹੈ ਸਾਡੀ ਪਾਲਣ ਪੋਸ਼ਣ ਕਰਦੀ, ਮਾਂ ਬਾਪ ਬਣ ਕੇ ਰਹਿੰਦੀ, ਸਾਨੂੰ ਚੰਗੇ ਕੰਮ ਕਰਦਿਆਂ ਵਾਹਿਗੁਰੂ ਦਾ ਸਿਮਰਨ ਵੀ ਕਰਨਾ ਚਾਹੀਦਾ। ਤੇ ਫੇਰ ਹੀ ਸਾਡੇ ਪਿੱਛੇ ਲਿਖੇ ਹੋਏ ਜੋ ਕਰਮ ਹਨ, ਜੋ ਫਲ ਮਹਾਤਮ ਹਨ, ਜੋ ਤਰੀਕੇ ਹਨ, ਤਾਂ ਉਹ ਸਫਲ ਹੋ ਸਕਦੇ ਆ। ਤੇ ਫੇਰ ਹੀ ਅਸੀਂ ਆਪ ਤਰ ਸਕਦੇ ਹਾਂ
ਤੇ ਆਪਣੇ ਸੰਬੰਧੀਆਂ ਰਿਸ਼ਤੇਦਾਰਾਂ ਜਾਂ ਆਪਣੇ ਪਰਿਵਾਰ ਨੂੰ ਵੀ ਤਾਰ ਸਕਦੇ ਹਾਂ। ਸੋ ਸ਼ਲੋਕ ਦਾ ਇਹੀ ਅਰਥ ਹੈ। ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਇਸ ਪੰਕਤੀ ਵਿੱਚ ਦੋ ਵਿਸ਼ਰਾਮ ਹੈ। ਪਵਨ ਗੁਰੂ ਪਾਣੀ, ਪਵਨ ਗੁਰੂ ਅਲਪ ਵਿਸ਼ਰਾਮ, ਪਾਣੀ ਪਿਤਾ ਅਰਧ ਵਿਸ਼ਰਾਮ, ਮਾਤਾ ਧਰਤ ਮਹੱਤ ਇਹ ਇੱਕ ਵੱਖਰਾ ਸ਼ਬਦ ਹੈ। ਤਿੰਨ ਗੱਲਾਂ ਇਸ ਪੰਕਤੀ ਵਿੱਚ, ਪਵਨ ਗੁਰੂ ਇੱਕ, ਪਾਣੀ ਪਿਤਾ ਦੋ, ਮਾਤਾ ਧਰਤ ਮਹੱਤ। ਗੁਰੂ, ਪਿਤਾ ਤੇ ਮਾਤਾ ਤਿੰਨ ਜਣਿਆਂ ਦੀ ਗੱਲ ਕੀਤੀ ਹੈ ਗੁਰੂ ਜੀ ਨੇ। ਸੋ ਉਚਾਰਨ ਇਹਦਾ ਸਹੀ ਹੈ। ਵਿਸ਼ਰਾਮ ਇੱਕ ਗੁਰੂ ਤੇ ਲੱਗੂ, ਪਵਨ ਗੁਰੂ ਵੱਖਰੀ ਗੱਲ, ਪਾਣੀ ਪਿਤਾ ਦੂਜੀ ਗੱਲ, ਮਾਤਾ ਧਰਤ ਮਹੱਤ ਤੀਜੀ ਗੱਲ। ਇਹ ਤਿੰਨ ਗੱਲਾਂ ਵੱਖਰੀਆਂ ਵੱਖਰੀਆਂ ਤੇ ਤਿੰਨਾਂ ਤੇ ਸਾਨੂੰ ਥੋੜਾ ਥੋੜਾ ਰੁਕਣਾ, ਵਿਸ਼ਰਾਮ ਕਰਨਾ। ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ, ਇਸ ਤਰ੍ਹਾਂ। ਸੋ ਇਸ ਦਾ ਅਰਥ ਹੈ ਕਿ ਹਵਾ ਸਾਡਾ ਸ੍ਰਿਸ਼ਟ ਗੁਰੂ ਹੈ, ਵੱਡਾ ਗੁਰੂ ਹੈ, ਮੁੱਖ ਗੁਰੂ ਹਵਾ ਹੈ ਸਾਡੀ, ਜਿਸ ਨਾਲ ਸਾਡੇ ਪ੍ਰਾਣ ਭਾਵ ਸਾਹ ਚੱਲਦੇ ਹਨ, ਜਿਸ ਨਾਲ ਅਸੀਂ ਬੋਲਦੇ ਹਾਂ ਅਤੇ ਚੱਲਦੇ ਫਿਰਦੇ ਹਾਂ। ਇਹ ਸਰੀਰ ਹਵਾ ਦੇ ਆਸਰੇ ਹੀ ਖੜਾ ਹੈ। ਜਿਵੇਂ ਗੁਰੂ ਸਾਹਿਬ ਜੀ ਬਾਣੀ ਵਿੱਚ ਲਿਖਦੇ, ਭਗਤ ਜੀ ਦਾ, ਭਗਤ ਰਵਿਦਾਸ ਜੀ ਦਾ ਬਚਨ ਹੈ, ਜਲ ਕੀ ਭੀਤ ਪਵਨ ਕਾ ਥੰਬਾ। ਭੀਤ ਮੀਨਸ ਦੀਵਾਰ, ਇੱਕ ਪਿੱਲਰ, ਇੱਕ ਕੌਲਮ। ਇਹ ਪਾਣੀ ਦਾ ਬਣਿਆ ਹੋਇਆ ਸਰੀਰ ਹੈ। ਪਵਨ ਕਾ ਥੰਬਾ ਹਵਾ ਦਾ ਇੱਕ ਥੰਮ ਹੈ। ਇਹ ਪਾਣੀ ਤੇ ਹਵਾ ਦੇ ਨਾਲ ਬਣਿਆ। ਜਲ ਕੀ ਭੀਤ ਪਵਨ ਕਾ ਥੰਬਾ ਮਤਲਬ ਹਵਾ ਦੇ ਆਸਰੇ ਖੜਾ ਇੱਕ ਥੰਮਾ ਜਿਹੜਾ ਹੈਗਾ। ਫਿਰ ਪਾਣੀ ਪਿਤਾ ਸਮਾਨ ਹੈ। ਪਵਨ ਗੁਰੂ ਦੀ ਗੱਲ ਕੀਤੀ ਕਿ ਪਵਨ ਸਾਡਾ ਸ੍ਰਿਸ਼ਟ ਗੁਰੂ ਹੈ, ਜਿਸ ਨਾਲ ਸਾਡੇ ਪ੍ਰਾਣ ਚੱਲਦੇ, ਸਾਹ ਚੱਲਦੇ ਆ, ਅਸੀਂ ਬੋਲਦੇ ਹਾਂ, ਚੱਲਦੇ ਫਿਰਦੇ ਹਾਂ। ਸਾਡਾ ਸਰੀਰ ਇਸੇ ਹਵਾ ਦੇ ਆਸਰੇ ਖੜਾ। ਫਿਰ ਅੱਗੇ ਪਾਣੀ ਪਿਤਾ। ਪਾਣੀ ਪਿਤਾ ਮਤਲਬ ਪਾਣੀ ਪਿਤਾ ਸਮਾਨ ਹੈ, ਜਿਸ ਰਾਹੀਂ ਸਾਡਾ ਸਰੀਰ ਪ੍ਰਫੁੱਲਤ ਹੁੰਦਾ ਹੈ। ਸਾਰੇ ਬ੍ਰਹਿਮੰਡ ਨੂੰ ਵੀ ਪਾਣੀ ਰਚਦਾ ਹੈ। ਸਾਰੀਆਂ ਚੀਜ਼ਾਂ ਪਾਣੀ ਦੇ ਆਸਰੇ। ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ, ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਈ। ਸਾਰੇ ਜੀਵਨਾਂ ਦਾ, ਸਾਰੇ ਜੀਵਾਂ ਦਾ ਆਸਰਾ ਤੇ ਪਾਣੀ ਹੀ ਹੈ। ਇਸੇ ਦੇ ਨਾਲ ਹੀ ਸੰਸਾਰ ਦੇ ਸਾਰੇ ਜੀਵਾਂ ਦੀ ਘਾਹ, ਪਸ਼ੂ, ਪੰਛੀ, ਗ੍ਰਾਸ, ਹੋਰ ਚੀਜ਼ਾਂ ਜਿਹੜੀਆਂ ਹਨ, ਅਸਮਾਨ ਵੀ ਪਾਣੀ ਦੇ ਆਸਰੇ ਹੀ ਖੜਾ ਹੈ। ਅਸਮਾਨ ਵੀ ਪਾਣੀ ਨੂੰ ਰਚਦਾ ਹੈ ਜਾਂ ਪਾਣੀ ਅਸਮਾਨ ਨੂੰ ਰਚਦਾ ਹੈ, ਦੋਵੇਂ ਗੱਲਾਂ ਮਿਕਸ ਹੈ। ਇਸੇ ਨਾਲ ਸਾਡੇ ਸਰੀਰ ਵੱਧਦੇ ਫੁੱਲਦੇ ਹਨ। ਜੇ ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਏ, ਅਸੀਂ ਬਿਮਾਰ ਹੋ ਜਾਂਦੇ ਹਾਂ, ਸਾਡੀ ਬੋਡੀ ਦਾ ਟੈਂਪਰੇਚਰ ਵੱਧ ਜਾਂਦਾ ਹੈ। ਫਿਰ ਅੱਗੇ ਲਿਖਿਆ ਮਾਤਾ ਧਰਤ ਮਹੱਤ, ਮਤਲਬ ਧਰਤ ਮੀਨਸ ਧਰਤੀ। ਧਰਤੀ ਮਾਂ ਸਮਾਨ ਹੈ, ਪਿਤਾ ਸਮਾਨ ਪਾਣੀ ਹੈ, ਗੁਰੂ ਸਮਾਨ ਹਵਾ, ਪਿਤਾ ਸਮਾਨ ਪਾਣੀ ਹੈ, ਧਰਤੀ ਵਾਂਗ, ਮਾਂ ਵਾਂਗ ਧਰਤੀ ਹੈ, ਜੋ ਬਹੁਤ ਮਹਾਨ ਹੈ। ਸਾਨੂੰ ਬੱਚਿਆਂ ਵਾਂਗ ਆਪਣੀ ਗੋਦ ਵਿੱਚ ਪਾਲਦੀ ਹੈ। ਭਾਵੇਂ ਅਸੀਂ ਇਸ ਉੱਪਰ ਗੰਦਗੀ ਫਿਰ ਦਈਏ ਤੇ ਭਾਵੇਂ ਅਸੀਂ ਫਿਰ ਇਸ ਉੱਤੇ ਫੁੱਲ ਪੈਦਾ ਕਰੀਏ, ਹਨਾ। ਇਹ ਧਰਤੀ ਇੰਨੀ ਮਹਾਨ, ਮਾਂ ਵਾਂਗ ਮਹਾਨ ਹੈ। ਭਾਵੇਂ ਤਾਂ ਅਸੀਂ ਧਰਤੀ ਦੇ ਉੱਪਰ ਗੰਦਗੀ ਕਰ ਦਈਏ ਤੇ ਭਾਵੇਂ ਇਸ ਧਰਤੀ ਦੇ ਉੱਪਰ ਫੁੱਲ ਪੈਦਾ ਕਰੀਏ, ਇਹ ਕਦੇ ਵੀ ਸਾਡੇ ਵਾਸਤੇ ਬੁਰਾ ਵਿਚਾਰ ਨਹੀਂ ਕਰਦੀ।
ਜਿਵੇਂ ਮਾਂ ਦੀ ਗੋਦ ਵਿੱਚ ਬੱਚਾ ਕਿੰਨੀ ਗੰਦਗੀ ਫਿਰਦਾ, ਗੰਦ ਮਾਰਦਾ, ਗੋਦ ਵਿੱਚ ਬੈਠਿਆਂ ਹੀ ਉੱਥੇ ਟੱਟੀ ਪਿਸ਼ਾਬ ਕਰ ਦਿੰਦਾ, ਮਾਂ ਦੀ ਸੌਣ ਵਾਲੀ ਥਾਂ ਤੇ ਗੰਦ ਕਰ ਦਿੰਦਾ ਹੈ ਜੀ, ਆਪਣੇ ਮੂੰਹ ਚੋਂ ਕਈ ਵਾਰੀ ਦੁੱਧ ਕੱਢ ਦਿੰਦਾ, ਮਾਂ ਦੇ ਕੱਪੜੇ ਖਰਾਬ ਹੋ ਜਾਂਦੇ ਆ, ਕਿੰਨਾ ਕੁਛ ਕਰਦਾ। ਪਰ ਮਾਂ ਕਦੇ ਵੀ ਆਪਣੇ ਪੁੱਤਰ ਦੀ, ਆਪਣੇ ਬੱਚੇ ਦੇ ਨਾਲ ਨਾਰਾਜ਼ ਨਹੀਂ ਹੁੰਦੀ। ਇਵੇਂ ਜਿਵੇਂ ਧਰਤੀ ਸਾਡੀ ਮਾਂ ਵਰਗੀ ਹੈ, ਇਹਦੇ ਉੱਪਰ ਜੋ ਕੁਛ ਮਰਜ਼ੀ ਕਰੀਏ ਅਸੀਂ, ਫੇਰ ਵੀ ਇਹ ਸਾਨੂੰ ਬੱਚਿਆਂ ਵਾਂਗ ਪਾਲਦੀ ਤੇ ਪਿਆਰ ਦਿੰਦੀ ਆ। ਗੁਰਬਾਣੀ ਦਾ ਬਚਨ ਹੈ, ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਅਪਰਾਧ ਮਤਲਬ ਗੁਨਾਹ, ਸੁਤ ਮਤਲਬ ਪੁੱਤਰ। ਪੁੱਤਰ ਜਿੰਨੀਆਂ ਮਰਜ਼ੀ ਗਲਤੀਆਂ ਕਰੇ, ਪਰ ਜਨਨੀ ਮਤਲਬ ਮਾਂ। ਮਾਂ ਕਦੇ ਵੀ ਆਪਣੇ ਪੁੱਤਰ ਦੀਆਂ ਗਲਤੀਆਂ ਨੂੰ ਮਨ ਵਿੱਚ ਨਹੀਂ ਰੱਖਦੀ, ਪਿਆਰ ਹੀ ਕਰਦੀ ਹੈ। ਦੈਨ ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਇਹਦੇ ਵਿੱਚ ਵੀ ਦੋ ਵਿਸ਼ਰਾਮ ਹੈ। ਦਿਵਸ ਰਾਤ ਦੋਏ ਵਿਸ਼ਰਾਮ, ਦਾਈ ਦਾਇਆ ਵਿਸ਼ਰਾਮ, ਖੇਲੈ ਸਗਲ ਜਗਤ। ਇਵੇਂ ਇੱਕ ਅਲਪ ਵਿਸ਼ਰਾਮ ਹੈ, ਇੱਕ ਅਰਧ ਵਿਸ਼ਰਾਮ। ਦਿਵਸ ਰਾਤ ਦੋਏ ਅਲਪ ਵਿਸ਼ਰਾਮ, ਦਾਈ ਦਾਇਆ ਅਰਧ ਵਿਸ਼ਰਾਮ, ਖੇਲੈ ਸਗਲ ਜਗਤ। ਸੋ ਇਸ ਤਰ੍ਹਾਂ ਵਿਸ਼ਰਾਮ ਕਰਨਾ, ਉਚਾਰਨ ਠੀਕ ਹੈ, ਬਟ ਇੱਥੇ ਜਗਤ ਦੇ ਉੱਪਰ ਅਸੀਂ ਗਲਤ ਉਚਾਰਨ ਕਰ ਜਾਂਦੇ ਕਈ ਵਾਰੀ। ਸੋ ਬਹੁਤਿਆਂ ਦੇ ਮੂੰਹੋਂ ਸੁਣਿਆ ਬੋਲਦੇ ਖੇਲੇ ਸਗਲ ਜਗਤ, ਜਗਤ ਹੈ ਨਾ, ਜਗਤ ਨਹੀਂ ਬੋਲਣਾ, ਜਗਤ ਬੋਲਣਾ। ਜਗਤ ਮੀਨਸ ਸਾਰੀ ਦੁਨੀਆ, ਆਲ ਵਰਲਡ, ਸਾਰੀ ਦੁਨੀਆ। ਜਗਤ ਮੀਨਸ ਸਾਰੀ ਦੁਨੀਆ, ਸੰਸਾਰ। ਜਗਤ ਬੋਲਾਂਗੇ, ਖੇਲਾ ਸਗਲ ਜਗਤ, ਤਾਂ ਜਗਤ ਦਾ ਕੋਈ ਅਰਥ ਨਹੀਂ ਬਣਦਾ। ਕਰੈਕਟ। ਸੋ ਇਸ ਤਰ੍ਹਾਂ ਬੋਲਣਾ ਆਪਾਂ, ਦਿਵਸ ਰਾਤ ਦੋਏ ਦਾਈ ਦਾਇਆ, ਖੇਲਾ ਸਗਲ ਜਗਤ, ਜਗਤ ਨਹੀਂ, ਖੇਲਾ ਸਗਲ ਜਗਤ, ਜਗਤ ਬੋਲਣਾ। ਠੀਕ ਹੈ। ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਇਸ ਪੰਕਤੀ ਦਾ ਅਰਥ ਹੈ ਦਿਵਸ ਰਾਤ ਦੋਏ। ਦਿਵਸ ਮੀਨਸ ਦਿਨ, ਰਾਤ ਮੀਨਸ ਰਾਤ, ਦੋਏ ਮੀਨਸ ਦੋਨੋਂ, ਦਿਨ ਅਤੇ ਰਾਤ ਦੋਨੋਂ। ਦਿਨ ਅਤੇ ਰਾਤ ਸਾਡੇ ਸਭ ਮਾਤਾ ਪਿਤਾ ਹਨ, ਸੈਕੰਡ ਮਦਰ ਫਾਦਰ ਆ, ਭਾਵ ਦੂਜੇ ਮਾਂ ਬਾਪ ਹਨ। ਦਿਨ ਜੋ ਧੁੱਪ ਰਾਹੀਂ ਭੋਜਨ ਤਿਆਰ ਕਰਦਾ, ਅਤੇ ਰਾਤ ਜੋ ਠੰਡਕ ਦੇ ਕੇ ਸਾਨੂੰ ਪਿਆਰ ਨਾਲ ਸੁਆ ਦਿੰਦੀ ਹੈ, ਸਾਨੂੰ ਪਿਆਰ ਨਾਲ ਸੁਆ ਦਿੰਦੀ, ਅਸੀਂ ਸੌਂ ਜਾਂਦੇ ਹਾਂ ਰਾਤ ਨੂੰ, ਉਦੋਂ ਵੀ ਸਾਨੂੰ ਠੰਡਕ ਦੇ ਕੇ ਪਿਆਰ ਦੇ ਕੇ ਸਵਾਉਂਦੀ ਆ। ਦਿਨੇ ਸਾਡੇ ਖਾਣ ਪੀਣ ਦੀਆਂ ਵਸਤੂਆਂ ਜਿਹੜੀਆਂ, ਉਹਨਾਂ ਨੂੰ ਧੁੱਪ ਦੇ ਨਾਲ, ਰੌਸ਼ਨੀ ਦੇ ਨਾਲ, ਲਾਈਟ ਦੇ ਨਾਲ ਪਕਾ ਦਿੰਦੀ, ਤਿਆਰ ਕਰਦੀ ਆ, ਤੇ ਸਾਡੇ ਕੰਮਕਾਰਾਂ ਦੇ ਵਿੱਚ ਸਾਡੀ ਸਹਾਇਤਾ ਕਰਦੀ ਹੈ ਦਿਨ ਦੀ ਰੌਸ਼ਨੀ। ਫਿਰ ਜਿਨ੍ਹਾਂ ਦੀ ਗੋਦ ਵਿੱਚ ਸਾਰਾ ਸੰਸਾਰ ਖੇਡਦਾ, ਦਿਨ ਅਤੇ ਰਾਤ ਦੀ ਗੋਦ ਦੇ ਵਿੱਚ ਸਾਰਾ ਸੰਸਾਰ ਆਪਣਾ ਜੀਵਨ ਬਸਰ ਕਰਦਾ ਹੈ। ਦਾਈ ਦਾਇਆ, ਦਾਇਆ ਮੀਨਸ ਜਿਸ ਤਰ੍ਹਾਂ ਸਾਡੇ ਘਰ ਦਾ ਪੁਰਸ਼ ਨੌਕਰ ਤੇ ਸਾਡੇ ਬੱਚਿਆਂ ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ, ਕਦੀ ਕਦੀ ਆਪ ਹੀ ਘੋੜਾ ਬਣ ਜਾਂਦਾ। ਇਸ ਤਰ੍ਹਾਂ ਅਸੀਂ ਦਿਨ ਵਿੱਚ ਸੁੱਖ ਲੈਂਦੇ ਹਾਂ ਅਤੇ ਜੀਵਨ ਦੀਆਂ ਖੇਡਾਂ ਖੇਡਦੇ ਹਾਂ। ਦਾਈ ਦਾਇਆ, ਦਾਈ ਮੀਨਸ ਮੇਡ, ਲੇਡੀ ਮੇਡ। ਦਾਇਆ ਮੀਨਸ ਪੁਰਸ਼ ਮੇਡ, ਜਿਹੜਾ ਕਈਆਂ ਦੇ ਘਰਾਂ ਦੇ ਵਿੱਚ ਬੰਦੇ ਕੰਮ ਕਰਦੇ ਆ, ਕਈਆਂ ਘਰਾਂ ਦੇ ਵਿੱਚ ਲੇਡੀਜ਼ ਕੰਮ ਕਰਦੀਆਂ।
ਕਈਆਂ ਘਰਾਂ ਦੇ ਵਿੱਚ ਬੰਦੇ ਅਤੇ ਲੇਡੀਜ਼ ਦੋਨੋਂ ਹੀ ਕੰਮ ਕਰਦੀਆਂ। ਲੇਡੀਜ਼ ਖਾਣਾ ਬਣਾਉਂਦੀ ਹੈ, ਨੌਕਰਾਣੀ ਖਾਣਾ ਬਣਾਉਂਦੀ ਹੈ, ਤੇ ਜਿਹੜਾ ਪੁਰਸ਼ ਹੈ ਉਹ ਘਰ ਦੀਆਂ ਸਾਫ ਸਫਾਈਆਂ, ਜਿਹੜਾ ਪੁਰਸ਼ ਨੌਕਰ ਹੈ ਉਹ ਘਰ ਦੀਆਂ ਸਾਫ ਸਫਾਈਆਂ ਕਰਦਾ। ਇਸ ਕਰਕੇ ਦਾਈ ਦਾਇਆ। ਸੋ ਦੋ ਦਾਈ ਦਾਇਆ ਨੂੰ ਜਿਹੜਾ ਕੰਪੇਅਰ ਕੀਤਾ ਉਹ ਦਿਨ ਤੇ ਰਾਤ ਦੇ ਨਾਲ ਕੀਤਾ। ਜਿਵੇਂ ਦਿਨ ਅਤੇ ਰਾਤ, ਉਵੇਂ ਜਿਵੇਂ ਦਾਈ ਦਾਇਆ। ਦਿਨ ਸਾਡੇ ਵਾਸਤੇ ਸਾਡੇ ਕੰਮਕਾਰ 'ਚ ਸਹਾਇਤਾ ਕਰਦਾ ਹੈ, ਸਾਡੇ ਭੋਜਨ ਨੂੰ ਰੋਸ਼ਨੀ ਦੇ ਕੇ ਪਕਾਉਂਦਾ, ਤਿਆਰ ਕਰਦਾ, ਸਾਡੇ ਖਾਣ ਦੇ ਲਾਇਕ ਕਰਦਾ। ਇਵੇਂ ਜਿਹੜਾ ਪੁਰਸ਼ ਹੈਗਾ ਉਹ ਸਾਡੇ ਬੱਚਿਆਂ ਨਾਲ ਕਈ ਤਰ੍ਹਾਂ ਦੀਆਂ ਖੇਡਾਂ ਖੇਡਦਾ, ਘਰ ਦੀਆਂ ਸਾਫ ਸਫਾਈਆਂ ਕਰਦਾ, ਬੱਚਿਆਂ ਵਾਸਤੇ ਘੋੜਾ ਬਣਦਾ। ਇਸ ਤਰ੍ਹਾਂ ਅਸੀਂ ਦਿਨ ਦੇ ਸੁੱਖ ਲੈਂਦੇ ਹਾਂ, ਜੀਵਨ ਦੀਆਂ ਕਈ ਖੇਡਾਂ ਖੇਡਦੇ ਹਾਂ। ਉਹ ਪੁਰਸ਼ ਨੌਕਰ ਵਾਂਗ ਸਾਡਾ ਦਿਨ ਆ। ਫਿਰ ਜਿਸ ਤਰ੍ਹਾਂ ਸਾਡੀ ਘਰ ਦੀ ਇਸਤਰੀ ਨੌਕਰ ਇਸਤਰੀ ਸਾਡੇ ਬੱਚਿਆਂ ਨੂੰ ਕਈ ਤਰ੍ਹਾਂ ਦੇ ਭੋਜਨ ਪਿਆਰ ਨਾਲ ਖਵਾਉਂਦੀ ਹੈ, ਨਵਾਉਂਦੀ ਹੈ, ਸ਼ਾਵਰ ਕਰਾਉਂਦੀ ਹੈ, ਸੋਹਣੇ ਕੱਪੜੇ ਪਵਾਉਂਦੀ ਹੈ, ਫਿਰ ਉਹ ਬੱਚੇ ਨੂੰ ਮਾਂ ਵਾਂਗ ਆਪਣੇ ਉੱਪਰ ਲਿਟਾ ਕੇ ਪਿਆਰ ਨਾਲ ਸਵਾ ਦਿੰਦੀ ਹੈ। ਜਿਵੇਂ ਮਾਂ ਹੁੰਦੀ ਹੈ ਨਾ, ਤੇ ਮਾਂ ਵਾਂਗ ਨੌਕਰਾਣੀ ਦਾਈ ਬੱਚੇ ਨੂੰ ਪਿਆਰ ਦੇ ਕੇ ਆਪਣੇ ਉੱਪਰ ਲਿਟਾ ਕੇ ਥਪਤ ਪਾਉਂਦੀ ਹੈ ਤੇ ਸਵਾ ਦਿੰਦੀ ਹੈ। ਇਸੇ ਤਰ੍ਹਾਂ ਰਾਤ ਸਾਨੂੰ ਪਿਆਰ ਨਾਲ ਗੂੜੀ ਨੀਂਦ ਸਵਾ ਕੇ ਸਾਡਾ ਸਾਰਾ ਥਕੇਵਾਂ ਉਤਾਰ ਦਿੰਦੀ ਹੈ। ਦਾਈ ਦਾਇਆ। ਦਿਨ ਦਾਇਆ ਹੈ, ਰਾਤ ਦਾਈ ਹੈ। ਖੇਲਾ ਸਗਲ ਜਗਤ। ਇਹਨਾਂ ਦੇ ਪਹਿਰੇ ਥੱਲੇ ਨੌਕਰਾਣੀ ਦੀ ਛਤਰ ਛਾਇਆ ਹੇਠ ਪਿਆਰ ਮਾਣਦਾ ਬੱਚਾ, ਜਿਵੇਂ ਅਸੀਂ ਰਾਤ ਨੂੰ ਆਨੰਦ ਲੈਂਦੇ ਹਾਂ ਸੌ ਕੇ। ਦਿਨ ਦੀ ਛਤਰ ਛਾਇਆ ਦੇ ਵਿੱਚ ਅਸੀਂ ਕੰਮ ਕਾਜ ਕਰਦੇ ਹਾਂ, ਕਮਾਈ ਕਰਦੇ ਹਾਂ। ਇਵੇਂ ਜਿਵੇਂ ਖੇਡਾਂ ਖੇਡਦੇ ਹਾਂ, ਦਿਲ ਪਰਚਾਵੇ ਕਰ ਦਿੰਦੇ ਨੇ, ਇਵੇਂ ਦਾਇਆ ਜਿਹੜਾ ਨੌਕਰ ਪੁਰਸ਼ ਹੈ ਸਾਡੇ ਬੱਚਿਆਂ ਨਾਲ ਖੇਡਦਾ, ਸਾਡੇ ਦੇ ਰਹਿਣ ਵਾਸਤੇ ਸਾਫ ਸਫਾਈਆਂ ਕਰਦਾ, ਕੰਮ ਕਰਦਾ, ਤੇ ਸਾਡੇ ਦਿਲ ਪਰਚਾਵੇ ਕਰਦਾ ਉਹ ਸਾਡੇ ਬੱਚਿਆਂ ਦੇ। ਇਵੇਂ ਜਿਵੇਂ ਦਿਨ, ਇਸੇ ਤਰ੍ਹਾਂ ਖੇਲਾ ਸਗਲ ਜਗਤ। ਸਾਰਾ ਸੰਸਾਰ ਦਿਨ ਅਤੇ ਰਾਤ ਦੀ ਛਤਰ ਛਾਇਆ ਹੇਠ ਆਪਣੇ ਜੀਵਨ ਨੂੰ ਬਿਤਾ ਰਿਹਾ, ਮਤਲਬ ਖੇਡ ਰਿਹਾ, ਆਨੰਦ ਲੈ ਰਿਹਾ। ਦੈਨ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ। ਇੱਕੋ ਹੀ ਵਿਸ਼ਰਾਮ ਹੈ ਇੱਥੇ। ਚੰਗਿਆਈਆ ਬੁਰਿਆਈਆ ਵਿਸ਼ਰਾਮ, ਵਾਚੈ ਧਰਮ ਹਦੂਰ। ਇਸ ਤਰ੍ਹਾਂ ਇੱਕ ਵਿਸ਼ਰਾਮ ਲੈਣਾ ਆਪਾਂ। ਬਟ ਇੱਥੇ ਬਿੰਦੀਆਂ ਨਹੀਂ ਲਾਉਣੀਆਂ, ਚੰਗਿਆਈਆਂ ਬੁਰਿਆਈਆਂ ਨਹੀਂ ਕਹਿਣਾ। ਆਪਦੇ ਕੋਲੋਂ ਕੁਛ ਵੀ ਨਹੀਂ ਬੋਲੀਦਾ ਹੁੰਦਾ ਗੁਰਬਾਣੀ ਪੜ੍ਹਨ ਲੱਗਿਆ। ਮਤਲਬ ਭਾਵੇਂ ਇਹਦਾ ਇਹੋ ਬਣਦਾ, ਪਰ ਗੁਰਬਾਣੀ ਦੀ ਮਹਾਨਤਾ ਗੁਰਬਾਣੀ ਦੇ ਲਿਖੇ ਅਨੁਸਾਰ ਪੜ੍ਹਨ ਵਿੱਚ ਹੈ। ਆਪਣੇ ਕੋਲੋਂ ਅੱਖਰ ਲਾ ਕੇ ਬਾਣੀ ਦੀ ਮਹਾਨਤਾ ਘਟ ਜਾਂਦੀ ਹੈ। ਜਿਵੇਂ ਵੇਦਾਂ ਦੀ ਭਾਸ਼ਾ ਜਿਹੜੀ ਹੈਗੀ ਆ, ਵੇਦਾਂ ਦੀ ਭਾਸ਼ਾ ਦੀ ਪਾਵਰ ਜਾਂ ਵੈਲਿਊ ਇਸੇ ਕਰਕੇ ਹੈ ਕਿ ਜਦੋਂ ਵੇਦਾਂ ਨੂੰ ਪੜ੍ਹਿਆ ਜਾਂਦਾ, ਵੇਦਾਂ ਦੀ ਭਾਸ਼ਾ ਨੂੰ ਪੜ੍ਹਿਆ ਜਾਂਦਾ, ਤੇ ਉਸੇ ਤਰੀਕੇ ਦੇ ਨਾਲ ਪ੍ਰਨਾਉਨ ਕੀਤਾ ਜਾਂਦਾ, ਉਸੇ ਤਰੀਕੇ ਨਾਲ ਉਹਦੀ ਪ੍ਰੋਨਾਊਂਸੀਏਸ਼ਨ ਕੀਤੀ ਜਾਂਦੀ ਜਿਵੇਂ ਲਿਖੇ ਆ। ਤਾਂ ਵੇਦਾਂ ਦੀ ਵੈਲਿਊ, ਵੇਦਾਂ ਦੀ ਭਾਸ਼ਾ ਦੀ ਵੈਲਿਊ ਹੈ। ਸੰਸਕ੍ਰਿਤ ਜਿਵੇਂ ਦੀ ਲਿਖੀ ਉਵੇਂ ਦੀ ਪੜ੍ਹੀ ਜਾਂਦੀ ਹੈ। ਉਹਦੇ ਕੋਲੋਂ ਆਪਦਾ ਨਾ ਵੇਦਾਂ ਦੀ ਬਾਣੀ ਦੇ ਵਿੱਚ, ਵੇਦਾਂ ਦੀ ਭਾਸ਼ਾ ਦੇ ਵਿੱਚ ਕੋਈ ਅੱਖਰ ਵਾਧਾ ਘਾਟਾ ਕਰਕੇ ਨਹੀਂ ਬੋਲਿਆ ਜਾਂਦਾ। ਇਸ ਕਰਕੇ ਵੇਦਾਂ ਦੀ ਵੈਲਿਊ ਹੈ। ਵੇਦ ਭਾਸ਼ਾ ਦੀ ਕੀਮਤ ਉਹਦੇ ਲਿਖੇ ਅਨੁਸਾਰ ਪੜ੍ਹਨ ਵਿੱਚ ਹੀ ਹੈ। ਇਵੇਂ ਜਿਵੇਂ ਬਾਣੀ ਦੀ ਭਾਸ਼ਾ ਨੂੰ ਉਸ ਦੇ ਲਿਖੇ ਅਨੁਸਾਰ ਪੜ੍ਹਨ ਵਿੱਚ ਹੀ ਬਾਣੀ ਦੀ ਵੈਲਿਊ ਹੈ, ਬਾਣੀ ਦਾ ਸਤਿਕਾਰ ਹੈ, ਬਾਣੀ ਦੀ ਕਦਰ ਹੈ, ਤੇ ਬਾਣੀ ਦੀ ਮਹਾਨਤਾ ਹੈ।
ਆਪਦੇ ਕੋਲੋਂ ਬਿੰਦੀਆਂ ਲਾ ਕੇ ਜਾਂ ਹੋਰ ਅੱਖਰ ਵਧਾ ਘਟਾ ਕੇ ਪੜ੍ਹਨ ਦੇ ਨਾਲ ਬਾਣੀ ਦੀ ਆਪਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਇਹਦਾ ਮਤਲਬ ਜਿਹੜਾ ਕੁਝ ਗੁਰੂ ਜੀ ਲਿਖ ਕੇ ਉਹਦੇ ਨਾਲ ਅਸੀਂ ਸਿਆਣੇ ਹੋ ਗਏ, ਜਾਂ ਅਸੀਂ ਆਪਦੇ ਕੋਲੋਂ ਲਾ ਕੇ ਪੜਾਂਗੇ ਵੀ ਗੁਰੂ ਜੀ ਕੋਲੋਂ ਕੋਈ ਮਿਸਟੇਕ ਹੋਈ ਹੈ। ਦੇਖੋ ਮੀਨਸ ਭਾਵਾਂ ਸੇਮ ਹੀ ਬਣੂਗਾ, ਪਰ ਸਾਨੂੰ ਜਿਹੜਾ ਬਾਣੀ ਦੀ ਮਹਾਨਤਾ ਦਾ ਸਤਿਕਾਰ ਕਰਨਾ, ਜਿਵੇਂ ਲਿਖਿਆ ਉਵੇਂ ਉਸ ਭਾਸ਼ਾ ਨੂੰ ਬੋਲਣਾ ਚਾਹੀਦਾ। ਸੋ ਇਸ ਤਰ੍ਹਾਂ ਆਪਾਂ ਚੰਗਿਆਈਆਂ ਬੁਰਿਆਈਆਂ ਬਿੰਦੀਆਂ ਲਾ ਕੇ ਨਹੀਂ ਬੋਲਣਾ। ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਇਸ ਤਰ੍ਹਾਂ ਬੋਲਣਾ। ਇਸ ਪੰਕਤੀ ਦਾ ਅਰਥ ਹੈ ਕਿ ਧਰਮਰਾਜ ਆਪਣੇ ਦਰਬਾਰ ਵਿੱਚ ਬੈਠ ਕੇ ਸਾਡੀਆਂ ਨੇਕੀਆਂ ਤੇ ਬਦੀਆਂ ਨੂੰ ਪੜ੍ਹ ਕੇ ਫਿਰ ਵਿਚਾਰਦਾ ਹੈ ਕਿ ਇਸ ਨੂੰ ਹੁਣ ਕਿਹੜਾ ਫਲ ਜਾਂ ਕਿਹੜੀ ਸਜ਼ਾ ਦੇਵਾਂ। ਵਾਚੈ ਧਰਮ ਹਦੂਰ, ਹਦੂਰ ਮੀਨਸ ਆਪਣੇ ਦਰਬਾਰ ਵਿੱਚ ਬੈਠ ਕੇ, ਧਰਮ ਮੀਨਸ ਧਰਮਰਾਜ, ਵਾਚੈ ਮੀਨਸ ਵਿਚਾਰਦਾ ਹੈ। ਧਰਮਰਾਜ ਆਪਣੇ ਦਰਬਾਰ ਵਿੱਚ ਬੈਠ ਕੇ ਵਿਚਾਰ ਕਰਦਾ ਹੈ। ਕੀ ਵਿਚਾਰ ਕਰਦਾ? ਚੰਗਿਆਈਆ ਬੁਰਿਆਈਆ। ਚੰਗਿਆਈਆ ਮਤਲਬ ਸਾਡੇ ਚੰਗੇ ਕੀਤੇ ਹੋਏ ਕਰਮਾਂ ਬਾਰੇ ਵਿਚਾਰ ਕਰਦਾ। ਬੁਰਿਆਈਆ ਸਾਡੇ ਬੁਰੇ ਕੀਤੇ ਹੋਏ ਕਰਮਾਂ ਦੀ ਵਿਚਾਰ ਕਰਦਾ। ਇਸ ਤਰ੍ਹਾਂ ਉਹ ਜੀਵਾਂ ਦੇ ਚੰਗੇ ਅਤੇ ਮਾੜੇ ਕਰਮਾਂ ਦੀ ਵਿਚਾਰ ਆਪਣੇ ਦਰਬਾਰ ਵਿੱਚ ਬੈਠ ਕੇ ਕਰਦਾ, ਡਿਸਾਈਡ ਕਰਦਾ ਕਿ ਇਸ ਬੰਦੇ ਨੂੰ ਕੀ ਸਜ਼ਾ ਦੇਣੀ ਤੇ ਕੀ ਫਲ ਦੇਣਾ। ਦੈਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਇਹਦੇ ਵਿੱਚ ਇੱਕੋ ਹੀ ਵਿਸ਼ਰਾਮ ਹੈ, ਆਪਣੀ ਤੇ। ਕਰਮੀ ਆਪੋ ਆਪਣੀ ਵਿਸ਼ਰਾਮ, ਕੇ ਨੇੜੇ ਕੇ ਦੂਰ, ਇਸ ਤਰ੍ਹਾਂ। ਤਕਰੀਬਨ ਉਚਾਰਨ ਠੀਕ ਹੈ, ਬਟ ਨੇੜੇ ਤੇ ਅਸੀਂ ਗਲਤ ਬੋਲ ਜਾਂਦੇ ਹਾਂ। ਅਸੀਂ ਬੋਲਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੇ ਨੇੜੇ ਕੇ ਦੂਰ, ਨੇੜੇ ਬੋਲਦੇ ਨੇੜੇ ਨੂੰ। ਇੱਥੇ ੜਾੜੇ ਨੂੰ ਦੋ ਲਾਵਾਂ ਲੱਗੀਆਂ ਹੋਈਆਂ, ਨੇੜਾ ਨੇੜਾ, ਨੰਨੇ ਲਾਵਾਂ, ੜਾੜੇ ਨੂੰ ਦੋ ਲਾਵਾਂ, ਨੇੜਾ ਐ ਬੋਲਣਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਸ ਪੰਕਤੀ ਦਾ ਅਰਥ ਹੈ ਕਿ ਆਪੋ ਆਪਣੇ ਚੰਗੇ ਤੇ ਮਾੜੇ ਕੀਤੇ ਕਰਮਾਂ ਕਰਕੇ ਕੋਈ ਜੀਵ ਵਾਹਿਗੁਰੂ ਦੇ ਨੇੜੇ ਹੋ ਜਾਂਦਾ। ਕੇ ਨੇੜੇ, ਕੇ ਨੇੜਾ, ਕੇ ਦੂਰ। ਕੇ ਨੇੜੇ ਦਾ ਮਤਲਬ ਹੋ ਗਿਆ, ਕੇ ਮੀਨਸ ਕੋਈ, ਨੇੜਾ ਮਤਲਬ ਨੇੜੇ, ਕੇ ਦੂਰ, ਕੇ ਮੀਨਸ ਕੋਈ, ਦੂਰ ਮਤਲਬ ਦੂਰ। ਮਨੁੱਖ ਆਪਣੇ ਚੰਗੇ ਜਾਂ ਮਾੜੇ ਕੀਤੇ ਕਰਮਾਂ ਕਰਕੇ ਕੋਈ ਜੀਵ ਵਾਹਿਗੁਰੂ ਦੇ ਨੇੜੇ ਹੋ ਜਾਂਦਾ ਤੇ ਕੋਈ ਵਾਹਿਗੁਰੂ ਤੋਂ ਦੂਰ ਹੋ ਜਾਂਦਾ। ਭਾਵ ਕੋਈ ਮੁਕਤ ਹੋ ਕੇ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਅਤੇ ਕੋਈ ਜਨਮ ਮਰਨ ਦੇ ਚੱਕਰ ਵਿੱਚ ਪੈ ਕੇ ਵਾਹਿਗੁਰੂ ਕੋਲੋਂ ਦੂਰ ਹੋ ਜਾਂਦਾ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸਮਝ ਆ ਗਈ ਨਾ ਹੁਣ ਆਪਾਂ ਨੂੰ ਈਜ਼ੀਲੀ? ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਅਸੀਂ ਰੱਬ ਕੋਲ ਦੇ ਨੇੜੇ ਹੋ ਜਾਂਦੇ ਹਾਂ ਤੇ ਦੂਰ ਹੋ ਜਾਂਦੇ ਹਾਂ। ਕੋਈ ਉਹਦੇ ਵਿੱਚ ਲੀਨ ਹੋ ਜਾਂਦਾ, ਕੋਈ ਮਾੜੇ ਕਰਮਾਂ ਕਰਕੇ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦਾ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਇੱਕੋ ਹੀ ਵਿਸ਼ਰਾਮ ਹੈ ਇੱਥੇ। ਜਿਨੀ ਨਾਮ ਧਿਆਇਆ ਵਿਸ਼ਰਾਮ, ਗਏ ਮਸਕਤ ਘਾਲ। ਇੱਥੇ ਸਾਡੇ ਕੋਲੋਂ ਤਕਰੀਬਨ ਦੋ ਗਲਤੀਆਂ ਹੋ ਹੀ ਜਾਂਦੀਆਂ। ਜਿਵੇਂ ਅਸੀਂ ਬੋਲਦੇ ਜਿਨੀ ਨਾਮ ਧਿਆਇਆ, ਜਿਨੀ, ਤਾਂ ਇੱਥੇ ਲਿਖਿਆ ਜੱਜੇ ਸਿਹਾਰੀ ਨੰਨੇ ਨੂੰ ਬਿਹਾਰੀ, ਜਿਨੀ, ਜਿਨੀ ਬੋਲਾਂਗੇ, ਜਿਨੀ, ਜਿਨੀ ਨਹੀਂ ਕਹਿਣਾ। ਕਿਉਂਕਿ ਜਦੋਂ ਗੁਰੂ ਜੀ ਨੇ ਜਿੰਨੇ ਹੀ ਸ਼ਬਦ ਵਰਤਣਾ ਹੁੰਦਾ ਨਾ, ਉਦੋਂ ਨੰਨੇ ਦੇ ਥੱਲੇ ਹਲੰਤ ਲੱਗੀ ਹੁੰਦੀ ਹੈ। ਨੰਨੇ ਦੇ ਕੰਨ ਦੇ ਨਾਲ ਥੱਲੇ ਜੇ ਨਾ
ਇੱਕ ਲਾਈਨ ਖਿੱਚੀ ਹੁੰਦੀ ਟੇਢੀ ਜੀ, ਉਹਨੂੰ ਹਲੰਤ ਕਹਿੰਦੇ ਆ। ਆਸਾ ਦੀ ਵਾਰ ਦੇ ਛੱਕੇ ਪੜ੍ਹ ਕੇ ਦੇਖਣਾ ਤਾਂ ਉੱਥੇ ਜਿਵੇਂ ਆਉਂਦਾ ਛੱਕਾ, ਜਿਨੀ ਅੰਤਰ ਹਰ ਹਰ ਪ੍ਰੀਤ ਹੈ, ਉੱਥੇ ਨੰਨੇ ਨੂੰ ਹਲੰਤ ਲੱਗੀ ਹੋਈ, ਉਹਨੂੰ ਬੋਲਾਂਗੇ ਸੀ ਜਿਨੀ ਅੰਤਰ ਹਰ ਹਰ ਪ੍ਰੀਤ ਹੈ। ਜਿਨੀ ਗੁਰਮੁਖ ਨਾਮ ਧਿਆਇਆ, ਤਿਨ ਹਰ ਰੱਖਣ ਹਾਰਾ ਰਾਮ ਰਾਜੇ, ਉੱਥੇ ਵੀ ਨੰਨੇ ਨੂੰ ਹਲੰਤ ਲੱਗੀ ਆ, ਉਹਨੂੰ ਅਸੀਂ ਬੋਲ ਸਕਦੇ ਜਿਨੀ ਗੁਰਮੁਖ ਨਾਮ ਧਿਆਇਆ। ਬਟ ਇੱਥੇ ਨੰਨੇ ਨੂੰ ਕੁਛ ਨਹੀਂ ਲੱਗਿਆ, ਨੰਨੇ ਨੂੰ ਜੱਜੇ ਸਿਹਾਰੀ ਨੰਨੇ ਬਿਹਾਰੀ, ਜਿਨੀ ਨਾਮ ਧਿਆਇਆ ਐ ਬੋਲਣਾ, ਜਿਨੀ ਨਾਮ ਧਿਆਇਆ। ਓਕੇ, ਅੱਗੇ ਆਉਂਦਾ ਗਏ ਮਸਕਤ ਘਾਲ, ਮੰਮਾ ਸੱਸਾ ਕੱਕਾ ਤੱਤਾ। ਕੁਛ ਪੜ੍ਹਨ ਦੇ ਵਿੱਚ ਤਾਂ ਹੁਣ ਜੇ ਅਸੀਂ ਆਪਣੇ ਹਿਸਾਬ ਨਾਲ ਪੜਾਂਗੇ ਤੇ ਮਸਕਤ ਬੋਲਾਂਗੇ ਨਾ, ਗਏ ਮਸਕਤ ਘਾਲ ਹੈ ਨਾ, ਮੰਮਾ ਸੱਸਾ ਕੱਕਾ ਤੱਤਾ ਮਸਕਤ। ਬਟ ਇਹਦਾ ਜਿਹੜਾ ਉਚਾਰਨ ਕਰਨਾ, ਆਪਾਂ ਕੱਕੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਾਂਗੇ। ਜਦੋਂ ਕੱਕੇ ਨੂੰ ਥੋੜਾ ਜਿਹਾ ਭਾਰਾ ਕਰਕੇ ਬੋਲਾਂਗੇ ਫਿਰ ਉਹਦੀ ਪ੍ਰੋਨਾਂਸੀਏਸ਼ਨ ਬਣੂਗੀ ਮਸਕਤ। ਮਸਕਤ ਬੋਲਣਾ ਆਪਣਾ, ਮਸਕਤ, ਠੀਕ ਹੈ। ਸੱਸੇ ਨੂੰ ਥੋੜਾ ਭਾਰਾ, ਗਏ ਮਸਕਤ ਘਾਲ, ਮੰਮਾ ਸੱਸਾ ਕੱਕਾ, ਸੱਸਾ ਕੱਕਾ ਥੋੜਾ ਜਿਹਾ ਭਾਰਾ ਕਰਕੇ ਬੋਲੇ ਜਾਓ, ਫਿਰ ਉਹਦਾ ਬਣ ਜੂਗਾ ਉਚਾਰਨ ਗਏ ਮਸਕਤ ਘਾਲ, ਇਸ ਤਰ੍ਹਾਂ। ਸੋ ਇਸ ਤਰ੍ਹਾਂ ਉਚਾਰਨ ਕਰਨਾ ਆਪਾਂ ਨੋਰਮਲੀ ਇਹਦਾ ਰੂਟੀਨ ਵਿੱਚ, ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਇਸ ਤਰ੍ਹਾਂ। ਸੋ ਇਸ ਦਾ ਅਰਥ ਬਣਦਾ ਕਿ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ, ਜਿਨੀ ਨਾਮ ਧਿਆਇਆ ਮਤਲਬ ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਹੈ, ਸਿਮਰਿਆ ਹੈ, ਉਹ ਨਾਮ ਸਿਮਰਨ ਦੀਆਂ ਸਖਤ ਘਾਲ ਕਮਾਈਆਂ ਕਰਕੇ ਤਰ ਗਏ ਹਨ। ਮਸਕਤ ਮਤਲਬ ਹੁੰਦਾ ਸਖਤ, ਮੁਸ਼ੱਕਤ। ਪੰਜਾਬੀ ਚ ਆਪਾਂ ਇੱਕ ਸ਼ਬਦ ਬੋਲੇ ਵੀ ਬੜੀ ਮੁਸ਼ੱਕਤ ਕਰਨੀ ਪਈ। ਸੋ ਮੁਸ਼ੱਕਤ ਦਾ ਦੂਜਾ ਰੂਪ ਹੈ ਗੁਰਬਾਣੀ ਵਿੱਚ ਮਸਕਤ, ਵੀ ਬਹੁਤ ਹੀ ਕਠਿਨ ਕਮਾਈ ਕਰਨੀ, ਔਖੀ ਕਮਾਈਆਂ ਕਰਨੀਆਂ, ਸਖਤ ਕਮਾਈ ਕਰਨੀ। ਤਾਂ ਗੁਰੂ ਜੀ ਕਹਿੰਦੇ ਵੀ ਜਿਨ੍ਹਾਂ ਨੇ ਨਾਮ ਸਿਮਰਨ ਦੀਆਂ ਸਖਤ ਘਾਲ ਕਮਾਈਆਂ ਕਰਕੇ ਕੀਤੀਆਂ ਹਨ, ਉਹ ਤਰ ਗਏ ਹਨ। ਘਾਲ ਦਾ ਮਤਲਬ ਤਰ ਜਾਣਾ, ਗਏ ਮਤਲਬ ਗਏ, ਤਰ ਗਏ ਹਨ। ਜਿਨ੍ਹਾਂ ਨੇ ਸਿਮਰਨ ਦੀ ਨਿਸ਼ਕਾਮ ਕਮਾਈ ਕੀਤੀ ਹੈ, ਉਹੀ ਸੰਸਾਰ ਵਿੱਚੋਂ ਸੁਖੀ ਹੋ ਕੇ ਜਾਂਦੇ ਹਨ ਅਤੇ ਵਾਹਿਗੁਰੂ ਦੇ ਵਿੱਚ ਲੀਨਤਾ ਪ੍ਰਾਪਤ ਕਰਦੇ ਹਨ। ਸਖਤ ਕਮਾਈ, ਕਿਉਂਕਿ ਨਾਮ ਜਪਣਾ ਸਭ ਤੋਂ ਔਖਾ ਕੰਮ ਹੈ। ਸਾਨੂੰ ਲੱਗਦਾ ਵੀ ਨਾਮ ਜਪਣਾ ਬਹੁਤ ਸੌਖਾ ਜਿਹਾ ਕੰਮ ਹੈ, ਤੇ ਅਸੀਂ ਬੋਲ ਹੀ ਦਿੰਦੇ ਬਾਬੇ ਤਾਂ ਵਿਹਲੇ ਰਹਿੰਦੇ ਆ, ਗਿਆਨੀ ਜੀ ਤਾਂ ਵਿਹਲੇ ਰਹਿੰਦੇ ਆ। ਠੀਕ ਹੈ, ਹੋ ਸਕਦਾ ਕਿਤੇ ਕਿਤੇ ਏਦਾਂ ਹੁੰਦਾ ਹੋਵੇ, ਪਰ ਜਿਹੜੇ ਨਾਮ ਸਿਮਰਨ ਵਾਲੇ ਨਾ, ਉਹਨਾਂ ਨੂੰ ਅਸੀਂ ਵਿਹਲੇ ਨਹੀਂ ਕਹਿ ਸਕਦੇ, ਕਿਉਂਕਿ ਵਿਹਲੇ ਦਿਖਦੇ ਜ਼ਰੂਰ ਆ ਉਹ, ਪਰ ਨਾਮ ਦੀ ਕਮਾਈ ਜਿਹੜੀ ਉਹ ਬਹੁਤ ਔਖੀ ਆ। ਹਰ ਵੇਲੇ ਇੱਕੋ ਥਾਂ ਤੇ ਆਪਣੇ ਦਿਮਾਗ ਨੂੰ ਟਿਕਾ ਕੇ ਰੱਖਣਾ, ਹਰ ਵੇਲੇ ਆਪਣੇ ਮੂੰਹ ਦੇ ਵਿੱਚੋਂ ਉਹੀ ਸ਼ਬਦ ਬੋਲੀ ਜਾਣਾ, ਸਿਮਰਨ ਕਰਨਾ ਵਾਹਿਗੁਰੂ ਦਾ। ਹੁਣ ਜੇ ਸਾਨੂੰ ਵਾਹਿਗੁਰੂ ਵਾਹਿਗੁਰੂ ਬੋਲਣਾ ਪੈ ਜੇ ਤਾਂ ਸਾਡਾ ਮੂੰਹ ਥੱਕ ਜਾਂਦਾ 15 ਮਿੰਟਾਂ ਬਾਅਦ। ਸਾਨੂੰ ਮੂਲ ਮੰਤਰ ਦਾ ਪਾਠ ਕਰਨਾ ਪੈ ਜੇ ਲਗਾਤਾਰ, ਤਾਂ ਸਾਨੂੰ ਇੱਕ ਮਾਲਾ ਕਰਕੇ ਜਾਂ 15-20 ਮਿੰਟਾਂ ਬਾਅਦ ਸਾਡਾ ਮੂੰਹ ਥੱਕ ਜਾਂਦਾ, ਦਿਮਾਗ ਤਾਂ ਸਾਡਾ ਖੜਦਾ ਹੀ ਨਹੀਂ, ਉਹ ਗੱਲ ਵੱਖਰੀ ਹੈ। ਤੇ ਜਿਹੜੇ ਨਾਮ ਸਿਮਰਨ ਵਾਲੇ ਹਰ ਵੇਲੇ ਆਪਣੇ ਲਿਪਸ, ਆਪਣੇ ਬੁੱਲਾਂ ਨੂੰ, ਆਪਣੀ ਜ਼ੁਬਾਨ ਨੂੰ ਪਰਮਾਤਮਾ ਦੇ ਸਿਮਰਨ ਦੇ ਵਿੱਚ ਚਲਾਉਂਦੇ ਰਹਿੰਦੇ ਆ, ਤੇ ਉਹਦੇ ਨਾਲ ਨਾਲ ਪਲੱਸ ਆਪਣੀ ਸੁਰਤ ਨੂੰ ਵੀ ਵਾਹਿਗੁਰੂ ਦੇ ਵਿੱਚ ਟਿਕਾ ਕੇ ਰੱਖਦੇ ਆ, ਉਹਨਾਂ ਦੀ ਗੱਲ ਕੀਤੀ ਹੈ। ਇੰਨਾ ਔਖਾ ਹੈ ਨਾਮ ਦੀ ਕਮਾਈ, ਘਾਲ ਕਮਾਈ ਕਰਨਾ। ਸੋ ਇਸ ਤਰ੍ਹਾਂ ਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਇੰਨੀਆਂ ਔਖੀਆਂ ਘਾਲ ਕਮਾਈਆਂ ਕੀਤੀਆਂ ਨਾ ਨਾਮ ਜਪ ਜਪ ਕੇ, ਉਹੀ ਤਰ ਗਿਆ, ਉਹੀ ਵਾਹਿਗੁਰੂ ਵਿੱਚ ਲੀਨ ਹੋ ਗਿਆ।
ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇੱਥੇ ਦੋ ਵਿਸ਼ਰਾਮ ਆ, ਨਾਨਕ ਤੇ ਅਲਪ ਵਿਸ਼ਰਾਮ ਤੇ ਉਜਲੇ ਤੇ ਅਰਧ ਵਿਸ਼ਰਾਮ। ਨਾਨਕ ਤੇ ਥੋੜਾ ਜਿਹਾ ਰੁਕਾਂਗੇ, ਉਜਲੇ ਤੇ ਥੋੜਾ ਜਿਹਾ ਜ਼ਿਆਦਾ ਰੁਕਣਾ ਹੁੰਦਾ। ਅਰਧ ਮੀਨਸ ਥੋੜਾ ਜਿਹਾ ਜ਼ਿਆਦਾ ਰੁਕਣਾ ਤੇ ਅਲਪ ਮੀਨਸ ਥੋੜਾ ਜਿਹਾ ਰੁਕਣਾ। ਇਸ ਤਰ੍ਹਾਂ ਬੋਲਾਂਗੇ ਆਪਾਂ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਤਰ੍ਹਾਂ ਨਾਨਕ ਵਿਸ਼ਰਾਮ ਤੇ ਮੁਖ ਉਜਲੇ ਵਿਸ਼ਰਾਮ, ਪਰ ਨਾਨਕ ਤੇ ਅਲਪ ਹੈ ਤੇ ਉਜਲੇ ਤੇ ਅਰਧ ਵਿਸ਼ਰਾਮ ਆ। ਫਿਰ ਰਿਪੀਟ ਕਰੀਏ ਆਪਾਂ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਸ ਪੰਕਤੀ ਦਾ ਅਰਥ ਹੈ, ਨਾਨਕ ਤੇ ਤਾਂ ਰੁਕੇ ਆਪਾਂ ਥੋੜਾ ਜਿਹਾ ਕਿ ਇਹਦਾ ਅਰਥ ਫਿਰ ਆਪਣੇ ਆਪ ਬਣ ਜਾਊਗਾ ਵੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਸ਼੍ਰੀ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਤੇ ਮੁਖ ਉਜਲੇ। ਤੇ ਮੀਨਸ ਉਹਨਾਂ ਦੇ, ਇੱਥੇ ਤੇ ਦਾ ਅਰਥ ਬਣੂ ਉਹਨਾਂ ਦੇ। ਉਹਨਾਂ ਦੇ ਮੁਖ ਭਾਵ ਚਿਹਰੇ ਸਾਫ ਸੁਥਰੇ ਤੇ ਸ਼ੋਭਾ ਦੇਣ ਵਾਲੇ ਹੋਣਗੇ, ਜਿਨ੍ਹਾਂ ਨੇ ਨਾਮ ਸਿਮਰਨ ਦੀਆਂ ਕਮਾਈਆਂ ਕੀਤੀਆਂ ਹਨ। ਵਾਹਿਗੁਰੂ ਉਹਨਾਂ ਦੇ ਮੁਖ ਵਿੱਚੋਂ ਨਿਕਲੀ ਹਰ ਗੱਲ ਮੰਨ ਲੈਂਦਾ। ਜਿਨ੍ਹਾਂ ਨੇ ਨਾਮ ਸਿਮਰਨ ਦੀਆਂ ਕਮਾਈਆਂ ਕੀਤੀਆਂ ਹਨ, ਵਾਹਿਗੁਰੂ ਉਹਨਾਂ ਦੇ ਮੁਖ ਵਿੱਚੋਂ ਨਿਕਲੀ ਹੋਈ ਹਰ ਗੱਲ ਨੂੰ ਮੰਨ ਲੈਂਦਾ, ਤਾਂ ਉਹਨਾਂ ਦੇ ਮੁਖ ਉਜਲੇ ਹੁੰਦੇ ਆ। ਮਤਲਬ ਰੱਬ ਦੇ ਘਰੇ ਸਫਲੇ ਹੁੰਦੇ ਉਹਨਾਂ ਦੇ ਮੂੰਹ। ਉਹ ਆਪਣੇ ਮੂੰਹ ਚੋਂ ਜੋ ਬੋਲਦੇ ਆ ਤੇ ਰੱਬ ਪੂਰੀ ਕਰ ਦਿੰਦਾ। ਉਹਨਾਂ ਨਾਲ ਕਿੰਨੇ ਹੀ ਲੋਕ ਜੋਨੀਆਂ ਤੋਂ ਛੁੱਟ ਜਾਂਦੇ ਆ ਅਤੇ ਮੁਕਤੀ ਪਾ ਲੈਂਦੇ। ਕੀਤੀ ਛੁੱਟੀ ਨਾਲ ਮਤਲਬ ਉਹਨਾਂ ਦੇ ਨਾਲ ਰਲ ਕੇ, ਜਿਨ੍ਹਾਂ ਦੇ ਮੂੰਹ ਦਰਗਾਹ ਦੇ ਵਿੱਚ ਉਜਲੇ ਹਨ, ਸਾਫ ਸੁਥਰੇ ਹਨ, ਸਫਲ ਹਨ, ਉਹਨਾਂ ਦੇ ਨਾਲ ਰਲ ਕੇ ਉਹਨਾਂ ਨਾਲ ਕਿੰਨੇ ਹੀ ਲੋਕ ਜੂਨੀਆਂ ਤੋਂ ਛੁੱਟ ਜਾਣਗੇ ਅਤੇ ਮੁਕਤੀ ਪਾ ਲੈਣਗੇ। ਜਿਵੇਂ ਗੁਰਬਾਣੀ ਦਾ ਬਚਨ ਹੈ, ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ, ਵੀ ਜਿਹੜੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ ਨਾ, ਉਹ ਆਪ ਵੀ ਤਰ ਜਾਂਦੇ ਆ। ਕੁਟੰਬ ਮਤਲਬ, ਕੁਟੰਬ ਮੀਨਸ ਫੈਮਿਲੀ, ਪਰਿਵਾਰ। ਉਹ ਆਪਣੇ ਪਰਿਵਾਰ ਨੂੰ ਵੀ ਤਾਰ ਲੈਂਦੇ। ਤਰੇ ਕੁਟੰਬ ਸੰਗ, ਆਪਣੇ ਪਰਿਵਾਰ ਸਮੇਤ ਤਰ ਗਏ। ਲੋਗ ਕੁਲ ਸਬਾਇਆ, ਤੇ ਇੱਥੇ ਕੁਲ ਦਾ ਮਤਲਬ ਹੋ ਗਿਆ ਫੈਮਿਲੀ, ਖਾਨਦਾਨ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ ਮਤਲਬ ਜਿਸ ਤਰ੍ਹਾਂ ਕਿਸੇ ਪਰਿਵਾਰ ਵਿੱਚ ਇੱਕ ਪੁਰਸ਼ ਭਗਤੀ ਕਰਦਾ ਤਾਂ ਉਹ ਆਪਣੇ ਖਾਨਦਾਨ ਦੀਆਂ 21 ਕੁੱਲਾਂ ਤਾਰ ਲੈਂਦਾ। ਹੁਣ ਪੁਰਸ਼ ਦੀ ਗੱਲ ਕੀਤੀ ਹੈ। ਵਿਦਵਾਨ ਪੁਰਸ਼ਾਂ ਨੇ ਧਾਰਮਿਕ ਗ੍ਰੰਥਾਂ ਦੇ ਵਿੱਚ ਇੱਕ ਗੱਲ ਲਿਖੀ ਗਈ ਹੈ ਕਿ ਜੇ ਬੰਦਾ ਭਗਤੀ ਕਰੇ ਤਾਂ 21 ਕੁੱਲਾਂ ਤਰਦੀਆਂ, ਜੇ ਫੈਮਿਲੀ ਦੇ ਵਿੱਚ ਇਸਤਰੀ ਭਗਤੀ ਕਰੇ, ਇਸਤਰੀ ਨਾਮ ਜਪੇ, ਤਾਂ ਫਿਰ 42 ਕੁੱਲਾਂ, 42 ਫੈਮਿਲੀਜ਼ ਤਰ ਜਾਂਦੀਆਂ। ਬੰਦਾ ਭਗਤੀ ਕਰੇ 21 ਫੈਮਿਲੀਜ਼ ਤਰ ਜਾਂਦੀਆਂ। ਤਰੇ ਕੁਟੰਬ ਸੰਗ ਲੋਗ ਕੁਲ ਸਬਾਇਆ, ਕੁਲ ਮੀਨਸ ਖਾਨਦਾਨ, ਉਹ ਵੀ ਤਰ ਜਾਂਦੇ। ਫੈਮਿਲੀ ਤਾਂ ਤਰਦੀ ਹੈ। ਜਿਸ ਤਰ੍ਹਾਂ ਕਿਸੇ ਪਰਿਵਾਰ ਵਿੱਚ ਇੱਕ ਬੰਦਾ ਭਗਤੀ ਕਰਦਾ ਤਾਂ ਉਹ ਆਪਣੇ ਖਾਨਦਾਨ ਦੀਆਂ 21 ਕੁੱਲਾਂ ਤਾਰਦਾ, ਮਤਲਬ 21 ਫੈਮਿਲੀਜ਼ ਨੂੰ ਤਾਰ ਲੈਂਦਾ। 21 ਫੈਮਿਲੀਜ਼ ਮੀਨਸ ਜਿਵੇਂ ਭਰਾ ਅੱਗੋਂ ਉਹਦਾ ਪਰਿਵਾਰ, ਚਾਚਾ ਅਤੇ ਅੱਗੋਂ ਉਹਦਾ ਪਰਿਵਾਰ, ਉਹਦੇ ਪਰਿਵਾਰ ਦੇ ਵਿੱਚ ਆ ਜਾਂਦੇ ਆ। ਜਿਵੇਂ ਸਹੁਰੇ ਤੇ ਉਹਨਾਂ ਦੇ ਪਰਿਵਾਰ, ਮਤਲਬ ਉਹਦੇ ਸਾਲੇ, ਸੱਸ, ਸਹੁਰਾ। ਇਸੇ ਤਰ੍ਹਾਂ ਤਾਇਆ, ਤਾਏ ਦਾ ਪਰਿਵਾਰ। ਇਸੇ ਤਰ੍ਹਾਂ ਦਾਦੇ ਦਾ ਪਰਿਵਾਰ। ਦਾਦੇ ਦੇ ਪਰਿਵਾਰ 'ਚ ਕਿੰਨੇ ਆ ਜਾਂਦੇ, ਜਿਹੜੇ ਸਾਡੇ ਦਾਦਾ ਜੀ, ਸਾਡੇ ਚਾਚੇ ਤਾਏ ਆ ਜਾਂਦੇ, ਉਹਦੇ ਵਿੱਚ ਫਿਰ ਉਹਨਾਂ ਦੀਆਂ ਫੈਮਲੀਆਂ ਆ ਜਾਂਦੀਆਂ, ਹਨਾ। ਫਿਰ ਦਾਦੇ ਦਾ ਪੜਦਾਦਾ,
ਫਿਰ ਇਵੇਂ ਦਾਦੇ ਦਾ ਦਾਦਾ, ਫਿਰ ਅੱਗੋਂ ਦਾਦੇ ਦਾ ਪੜਦਾਦਾ, ਇਹ ਜਿੰਨੇ ਵੀ ਸਾਰੇ ਭਾਵੇਂ ਸਰੀਰ ਛੱਡ ਗਏ ਹੋਣ, ਨਾਨਕੇ ਦਾਦਕੇ ਸਾਰੇ ਤਰ ਜਾਂਦੇ ਆ, ਹਨਾ। ਉਹ ਜਿਹੜਾ ਹੁੰਦਾ ਹੈਗਾ ਬੰਦਾ ਭਗਤੀ ਕਰਦਾ ਤਾਂ ਉਹਦਾ ਆਪਣੀ ਫੈਮਿਲੀ ਦੇ ਨਾਲ ਰਿਲੇਟਡ ਹੁੰਦਾ, ਉਹ ਆਪਣੀ ਫੈਮਿਲੀ ਦੇ ਚਾਚੇ ਤਾਏ ਭੈਣ ਭਰਾ ਤੇ ਦਾਦੇ ਪੜਦਾਦਿਆਂ ਨੂੰ ਤਾਰ ਲੈਂਦਾ। ਪਰ ਜੇ ਕਿਸੇ ਪਰਿਵਾਰ ਵਿੱਚ ਇੱਕ ਔਰਤ ਭਗਤੀ ਕਰਦੀ ਹੈ ਤਾਂ ਉਹ 42 ਕੁੱਲਾਂ ਨੂੰ ਤਾਰਦੀ ਹੈ, 42 ਫੈਮਿਲੀਜ਼ ਨੂੰ ਤਾਰ ਲੈਂਦੀ ਆ। 21 ਕੁੱਲਾਂ ਸਹੁਰੇ ਕਰਦੀਆਂ ਅਤੇ 21 ਕੁੱਲਾਂ ਪੇਕੇ ਘਰ ਦੀਆਂ ਤਾਰ ਲੈਂਦੀ ਆ। ਉਹਦੇ ਨਾਲ ਉਹਦਾ ਪੇਕਾ ਘਰ ਵੀ ਤਰ ਜਾਂਦਾ। ਪੇਕੇ ਘਰ ਦੇ ਵਿੱਚ ਫਿਰ ਉਹਦੇ ਮਾਂ ਪਿਓ, ਉਹਦੇ ਜਿਹੜੇ ਚਾਚੇ ਤਾਏ ਹੁੰਦੇ ਆ ਪੇਕੇ ਘਰ ਦੇ ਵਿੱਚ, ਉਹਨਾਂ ਦੀਆਂ ਫੈਮਲੀਜ਼ ਹੁੰਦੀਆਂ, ਉਹ ਵੀ ਤਰ ਜਾਂਦੀਆਂ। ਯਾਨੀ ਕਿ ਉਹ ਆਪਣੇ ਸਹੁਰੇ ਦੀ ਫੈਮਲੀਜ਼ ਨੂੰ ਵੀ ਤਾਰਦੀ ਆ ਤੇ ਆਪਣੇ ਪੇਕਿਆਂ ਦੀ ਫੈਮਲੀਜ਼ ਨੂੰ ਵੀ ਤਾਰ ਲੈਂਦੀ ਆ। ਕਿੰਨੀਆਂ ਫੈਮਲੀਆਂ ਉਧਰ ਹੁੰਦੀਆਂ। ਇਸ ਤਰ੍ਹਾਂ ਦੋ ਥਾਵਾਂ ਦੇ ਪਰਿਵਾਰਾਂ ਨੂੰ ਤਾਰਦੀ ਤਾਂ ਉਸ ਨੂੰ 22 ਫੈਮਲੀਜ਼, 42 ਕੁੱਲਾਂ ਦਾ ਨਾਮ ਦਿੱਤਾ ਗਿਆ। ਗੁਰਬਾਣੀ ਦਾ ਵਿਚਾਰ ਹੈ, ਪ੍ਰਹਿਲਾਦ ਜਨ ਕੇ 21 ਕੁੱਲ ਉਧਾਰ। ਪ੍ਰਹਿਲਾਦ ਨੇ ਆਪਣੇ ਪਰਿਵਾਰ ਦੀਆਂ 21 ਕੁੱਲਾਂ ਦਾ ਉਧਾਰ ਕਰਵਾਇਆ ਸੀ। ਸੋ ਇਸੇ ਤਰ੍ਹਾਂ ਇੱਕ ਪ੍ਰਮਾਣ ਹੈ, ਇੱਕ ਐਗਜ਼ਾਮਪਲ ਹੈ, ਨਾਮ ਜਪਣ ਵਾਲਾ ਇਸ ਤਰ੍ਹਾਂ ਆਪਣੇ ਦਾਦਿਆਂ ਪੜਦਾਦਿਆਂ ਨੂੰ ਮੁਕਤ ਕਰਾ ਲੈਂਦਾ, ਜੋ ਮਰਨ ਤੋਂ ਬਾਅਦ ਜੂਨਾਂ ਵਿੱਚ ਭਟਕ ਰਹੇ ਹੁੰਦੇ ਹਨ। ਦਾਦੇ ਪੜਦਾਦੇ ਮਰਨ ਤੋਂ ਬਾਅਦ ਜੋ ਜੂਨਾਂ ਵਿੱਚ ਭਟਕ ਰਹੇ ਹੁੰਦੇ ਹਨ ਨਾ, ਨਾਮ ਜਪਣ ਵਾਲਾ ਉਹਨਾਂ ਨੂੰ ਵੀ ਤਾਰ ਦਿੰਦਾ, ਉਹਨਾਂ ਦੀ ਵੀ ਮੁਕਤੀ ਕਰਾ ਲੈਂਦਾ। ਜਿਵੇਂ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਰਦੀਆਂ ਦੀਆਂ ਰੁੱਤਾਂ ਵਿੱਚ ਧੁੱਪੇ ਦੀਵਾਨ ਲਗਾ ਕੇ ਬੈਠੇ ਸਨ ਅਤੇ ਭਾਈ ਕੀਰਤੀਆ ਜੀ ਸਤਿਗੁਰਾਂ ਨੂੰ ਚੌਰ ਕਰ ਰਿਹਾ ਸੀ। ਇੱਕ ਮਦਾਰੀ ਨੇ ਆ ਕੇ ਬੇਨਤੀ ਕੀਤੀ, ਕਹਿੰਦਾ ਮਹਾਰਾਜ ਮੇਰੇ ਕੋਲ ਰਿੱਛ ਹੈ, ਜੇ ਆਗਿਆ ਹੋਵੇ ਤਾਂ ਮੈਂ ਰਿੱਛ ਦਾ ਤਮਾਸ਼ਾ ਦਿਖਾਵਾਂ। ਥੋੜੀ ਦੇਰ ਤੁਹਾਡਾ ਮਨ ਪਰਚਾਵਾ ਹੋ ਜਾਏਗਾ ਅਤੇ ਮੇਰੀ ਗਰੀਬ ਬੰਦੇ ਦੀ ਦਿਹਾੜੀ ਬਣ ਜੂਗੀ। ਤਾਂ ਉਸ ਨੂੰ ਗੁਰੂ ਜੀ ਨੇ ਆਗਿਆ ਦੇ ਦਿੱਤੀ। ਜਦ ਮਦਾਰੀ ਨੇ ਰਿੱਛ ਦਾ ਤਮਾਸ਼ਾ ਸ਼ੁਰੂ ਕੀਤਾ ਤਾਂ ਰਿੱਛ ਤਰ੍ਹਾਂ ਤਰ੍ਹਾਂ ਦੇ ਸਾਂਗ ਕਰਨ ਲੱਗਾ। ਗੁਰੂ ਜੀ ਜ਼ੋਰ ਦੀ ਹੱਸਣ ਲੱਗੇ। ਉਸ ਰਿੱਛ ਦੇ ਤਮਾਸ਼ੇ ਨੂੰ ਦੇਖ ਕੇ ਗੁਰੂ ਜੀ ਜ਼ੋਰ ਦੀ ਹੱਸਣ ਲੱਗੇ। ਭਾਈ ਕੀਰਤੀਏ ਨੇ ਪੁੱਛਿਆ, ਮਹਾਰਾਜ ਆਪ ਜੀ ਇੰਨਾ ਖੁਸ਼ ਹੋ ਕੇ ਕਿਉਂ ਹੱਸ ਰਹੇ ਹੋ? ਪਹਿਲਾਂ ਤਾਂ ਆਪ ਜੀ ਕਦੇ ਇੰਨਾ ਨਹੀਂ ਹੱਸੇ, ਰੋਜ਼ ਹੀ ਰਿੱਛ ਦੇਖਦੇ ਹੋ ਜੰਗਲ ਦੇ ਵਿੱਚ। ਗੁਰੂ ਜੀ ਨੇ ਕਿਹਾ, ਦੇਖ ਕੀਰਤੀਆ, ਤੇਰਾ ਬਾਪ ਸੋਭਾ ਰਾਮ ਕਿਵੇਂ ਨੱਚ ਰਿਹਾ। ਜਦੋਂ ਗੁਰੂ ਜੀ ਨੇ ਇਹ ਗੱਲ ਕਹੀ ਤਾਂ ਭਾਈ ਕੀਰਤੀਆ ਬੜਾ ਹੈਰਾਨ ਹੋਇਆ। ਤਾਂ ਉਸਨੇ ਗੁਰੂ ਜੀ ਕੋਲੋਂ ਹੈਰਾਨ ਹੋ ਕੇ ਪੁੱਛਿਆ, ਮਹਾਰਾਜ ਇਹ ਮੇਰਾ ਬਾਪ ਕਿਵੇਂ ਹੋਇਆ? ਮੇਰਾ ਬਾਪ ਤਾਂ ਆਪ ਜੀ ਦਾ ਸਿੱਖ ਸੀ ਅਤੇ ਉਹ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਸੇਵਾ ਕਰਦਾ ਹੁੰਦਾ ਸੀ। ਗੁਰੂ ਜੀ ਨੇ ਕਿਹਾ, ਹਾਂ ਭਾਈ, ਇਹ ਤੇਰਾ ਬਾਪ ਹੀ ਹੈ ਜੋ ਰਿੱਛ ਦੀ ਜੂਨ ਵਿੱਚ ਪਿਆ ਹੋਇਆ। ਭਾਈ ਕੀਰਤੀਏ ਨੇ ਚੌਰ ਸਾਹਿਬ ਗੁਰੂ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਆਖਿਆ, ਮਹਾਰਾਜ ਜੇ ਤੁਹਾਡੀ ਸੇਵਾ ਕਰਨ ਨਾਲ ਮਨੁੱਖ ਨੇ ਕੁੱਤੇ ਬਿੱਲੀਆਂ ਦੀ ਜੂਨ ਵਿੱਚ ਹੀ ਪੈਣਾ ਤਾਂ ਆ ਲਓ ਆਪਣੀ ਚੌਰ ਸਾਹਿਬ, ਮੈਂ ਨਹੀਂ ਇਹ ਸੇਵਾ ਕਰਨੀ।
ਗੁਰੂ ਜੀ ਨੇ ਕਿਹਾ, ਭਾਈ ਕੀਰਤੀਆ, ਕੀ ਤੂੰ ਇਸ ਦਾ ਕਾਰਨ ਨਹੀਂ ਪੁੱਛੇਗਾ ਕਿ ਤੇਰਾ ਪਿਓ ਰਿਛ ਦੀ ਜੂਨੀ ਵਿੱਚ ਕਿਉਂ ਪਿਆ? ਭਾਈ ਕੀਰਤੀਆ ਜੀ ਕਹਿੰਦਾ, ਜੀ ਦੱਸੋ ਫਿਰ। ਗੁਰੂ ਜੀ ਨੇ ਕਿਹਾ, ਤੇਰਾ ਬਾਪ ਸੇਵਾ ਕਰਦਾ ਜ਼ਰੂਰ ਸੀ, ਪਰ ਉਸ ਦੇ ਮਨ ਵਿੱਚ ਗੁੱਸੇ ਦੀ ਅੱਗ ਬਹੁਤ ਸੀ। ਉਹ ਹਰ ਵੇਲੇ ਕੌੜੇ ਬੋਲ ਬੋਲ ਕੇ ਦੂਸਰੇ ਸਿੱਖਾਂ ਤੇ ਸੇਵਕਾਂ ਨੂੰ ਤੰਗ ਕਰਦਾ ਰਹਿੰਦਾ ਸੀ। ਭਾਈ ਕੀਰਤੀਏ ਨੇ ਆਖਿਆ, ਮਹਾਰਾਜ, ਗੁਰੂ ਕੋਲ ਰਹਿ ਕੇ ਸਿੱਖ ਵਿੱਚ ਗੁੱਸਾ ਤੇ ਈਰਖਾ ਕਿਵੇਂ ਰਹਿ ਸਕਦੀ ਹੈ? ਉਸ ਨੂੰ ਤਾਂ ਸ਼ਾਂਤ ਹੋਣਾ ਚਾਹੀਦਾ ਹੈ। ਫਿਰ ਗੁਰੂ ਕੋਲ ਰਹਿਣ ਦਾ ਕੀ ਲਾਭ ਹੈ? ਗੁਰੂ ਜੀ ਨੇ ਆਖਿਆ, ਗੁਰੂ ਜੀ ਤਾਂ ਪਿਤਾ ਸਮਾਨ ਹੁੰਦੇ ਆ। ਗੁਰੂ ਜੀ ਨੇ ਕਿਹਾ, ਗੁਰੂ ਪਿਤਾ ਜੀ ਤਾਂ ਹਰ ਵੇਲੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਤੇ ਸਿੱਖੀ ਵਿੱਚ ਰਹਿਣ ਦਾ ਉਪਦੇਸ਼ ਕਰਦੇ ਹੁੰਦੇ ਸੀ। ਗੁਰੂ ਪਿਤਾ ਜੀ ਮੀਨਸ ਵੀ ਗੁਰੂ ਤੇਗ ਬਹਾਦਰ ਜੀ। ਤੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਗੁਰੂ ਪਿਤਾ ਜੀ ਦੇ ਨਾਮ ਦੇ ਨਾਲ ਬੁਲਾਉਂਦੇ ਹੁੰਦੇ ਸੀ, ਯਾਦ ਕਰਦੇ ਹੁੰਦੇ ਸੀ। ਉਹ ਪਿਤਾ ਜੀ ਵੀ ਸਨ ਤੇ ਗੁਰੂ ਵੀ ਸਨ। ਇਸ ਕਰਕੇ ਜਿਵੇਂ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾਮ ਨਹੀਂ ਲੈਂਦੇ ਹੁੰਦੇ ਸਨ, ਕਿਉਂਕਿ ਮਾਂ ਹਮੇਸ਼ਾ ਆਪਣੇ ਬੱਚੇ ਦਾ ਨਾਮ ਲੈਂਦੀ ਹੈ। ਉਹਨਾਂ ਦਾ ਨਾਮ ਗੋਬਿੰਦ ਰਾਏ ਜਾਂ ਗੋਬਿੰਦ ਸਿੰਘ ਸੀ, ਬਟ ਉਹ ਗੋਬਿੰਦ ਕਹਿ ਕੇ ਨਹੀਂ ਬੁਲਾਉਂਦੇ ਸਨ, ਕਿਉਂਕਿ ਮਾਤਾ ਗੁਜਰੀ ਜੀ ਦੇ ਸਹੁਰੇ ਸਾਹਿਬ ਦਾ ਨਾਮ ਹਰਗੋਬਿੰਦ ਸੀ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਇਸ ਕਰਕੇ ਆਪਣੇ ਸਹੁਰੇ ਦੇ ਨਾਮ ਦਾ ਸਤਿਕਾਰ ਕਰਦਿਆਂ ਹੋਇਆਂ ਉਹ ਉਹਨਾਂ ਦਾ ਨਾਮ ਨਹੀਂ ਲੈਂਦੇ ਸਨ, ਆਪਣੇ ਬੇਟੇ ਦਾ ਨਾਮ ਵੀ ਨਹੀਂ ਲੈਂਦੇ ਸਨ, ਗੋਬਿੰਦ ਰਾਏ ਜਾਂ ਗੋਬਿੰਦ ਸਿੰਘ ਨਹੀਂ ਕਹਿੰਦੇ ਸਨ। ਉਹ ਹਮੇਸ਼ਾ ਲਾਲ ਜੀ ਕਹਿੰਦੇ ਹੁੰਦੇ ਸਨ ਗੁਰੂ ਗੋਬਿੰਦ ਸਿੰਘ ਜੀ ਨੂੰ। ਆਪਣੇ ਸਹੁਰੇ ਦੇ ਨਾਮ ਦਾ ਸਤਿਕਾਰ ਕਰਦੇ ਹੁੰਦੇ ਸਨ, ਮੂੰਹ ਤੇ ਨਹੀਂ ਲਿਆਉਂਦੇ ਸੀ, ਤਾਂ ਲਾਲ ਜੀ ਕਹਿੰਦੇ ਹੁੰਦੇ ਸੀ। ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਦੇ ਕਿ ਗੁਰੂ ਪਿਤਾ ਜੀ ਤਾਂ ਹਰ ਵੇਲੇ ਸਿੱਖਾਂ ਨੂੰ ਸ਼ਾਂਤ ਰਹਿਣ ਦਾ ਤੇ ਸਿੱਖੀ ਵਿੱਚ ਰਹਿਣ ਦਾ ਉਪਦੇਸ਼ ਕਰਦੇ ਰਹਿੰਦੇ ਸਨ, ਪਰ ਤੇਰੇ ਪਿਤਾ ਜੀ ਸੇਵਾ ਕਰਦਿਆਂ ਵੀ ਆਪਣੀਆਂ ਮਨਮਰਜ਼ੀਆਂ ਕਰਦੇ ਸਨ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਗੁਰੂਆਂ ਤੇ ਭਗਤਾਂ ਦੀ ਬਾਣੀ ਇਕੱਤਰ ਕਰਕੇ ਜੋ ਪੋਥੀ ਸਾਹਿਬ ਬਣਾਈ, ਉਸ ਵਿੱਚ ਇਸ ਤਰ੍ਹਾਂ ਲਿਖਿਆ, ਮੀਨਸ ਪੋਥੀ ਸਾਹਿਬ ਮੀਨਸ ਉਦੋਂ ਪੋਥੀ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਜਾਂਦਾ ਸੀ, ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕਰਦੇ ਹਾਂ ਵੀ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ। ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ, ਅੰਧੇ ਏਕ ਨਾ ਲੱਗਈ ਜੋ ਬਾਸ ਬਜਾਈਏ ਫੂਕ। ਭਾਵ ਕਿ ਇਹਦਾ ਅਰਥ ਇਹ ਬਣਦਾ ਕਿ ਗੁਰੂ ਇਸ ਵਿੱਚ ਕੀ ਕਰ ਸਕਦਾ ਹੈ? ਕਬੀਰ ਸਾਚਾ ਸਤਿਗੁਰ ਕਿਆ ਕਰੇ, ਵੀ ਜਿਹੜਾ ਸੱਚਾ ਸਤਿਗੁਰੂ, ਗੁਰੂ ਤਾਂ ਸੱਚਾ ਹੈ, ਪਰ ਉਹ ਕੀ ਕਰ ਸਕਦਾ ਹੈ? ਜੇ ਸਿੱਖ ਹੀ ਵਾਰ-ਵਾਰ ਗਲਤੀਆਂ ਕਰਦੇ ਰਹਿਣ, ਜੇ ਗੁਰੂ ਦੀ ਗੱਲ ਹੀ ਨਹੀਂ ਸੁਣਨੀ, ਤਾਂ ਸਮਝੋ ਬਾਂਸ ਦੀ ਫੂਕ ਵਾਂਗ ਇੱਧਰ ਦੀ ਸੁਣੀ ਤੇ ਦੂਜੇ ਪਾਸੇ ਦੀ ਕੱਢਤੀ। ਤਾਂ ਗੁਰੂ ਜੀ ਦੱਸਣ ਲੱਗੇ ਕਿ ਤੇਰੇ ਪਿਤਾ ਜੀ ਰਿਛ ਕਿਉਂ ਬਣੇ। ਤਾਂ ਗੁਰੂ ਜੀ ਨੇ ਦੱਸਿਆ ਕਿ ਇੱਕ ਵਾਰ ਭਾਈ ਦਸੌਂਧਾ ਨਾਮ ਦਾ ਇੱਕ ਸਿੱਖ ਆਪਣਾ ਗੱਡਾ ਲੈ ਕੇ ਆਪਣੇ ਖੇਤ ਨੂੰ ਜਾ ਰਿਹਾ ਸੀ। ਉਸਨੇ ਦੇਖਿਆ ਕਿ ਗੁਰੂ ਦੇ ਦਰਬਾਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ।
ਉਹ ਚੱਲਦੇ ਹੋਏ ਗੱਡੇ ਵਿੱਚੋਂ ਉਤਰ ਕੇ ਦੇਗ ਲੈਣ ਆ ਗਿਆ। ਅੱਗੋਂ ਭਾਈ ਸੋਭਾ ਰਾਮ ਦੇਗ ਵਰਤਾ ਰਿਹਾ ਸੀ। ਭਾਈ ਦਸੌਂਧਾ ਜੀ ਨੇ ਆਖਿਆ, ਭਾਈ ਸਾਹਿਬ ਜੀ ਮੈਨੂੰ ਜਲਦੀ ਦੇਗ ਦੇ ਦਿਓ, ਮੇਰੇ ਬਲਦ ਤੁਰੇ ਜਾਂਦੇ ਹਨ, ਕਿਸੇ ਦੇ ਖੇਤ ਵਿੱਚ ਨਾ ਪੈ ਜਾਣ। ਭਾਈ ਸੋਭਾ ਰਾਮ ਨੇ ਦੇਗ ਨਾ ਦਿੱਤੀ। ਇੱਕ ਦੋ ਵਾਰ ਜਦ ਭਾਈ ਦਸੌਂਧਾ ਜੀ ਨੇ ਆਖਿਆ ਤਾਂ ਸੋਭਾ ਰਾਮ ਨੇ ਗੁੱਸੇ ਵਿੱਚ ਕਿਹਾ, ਕਿਉਂ ਰਿਛ ਵਾਂਗ ਟੱਪੀ ਜਾਂਦਾ, ਟਿਕ ਕੇ ਬੈਠ ਜਾ, ਵਾਰੀ ਆਈ ਤਾਂ ਤੈਨੂੰ ਵੀ ਦੇਗ ਮਿਲ ਜੂ। ਭਾਈ ਦਸੌਂਧਾ ਜੀ ਨੇ ਥੱਲਿਓਂ ਡਿੱਗਿਆ ਹੋਇਆ ਦੇਗ ਦਾ ਕਿਣਕਾ ਚੁੱਕਿਆ ਤੇ ਆਪਣੇ ਮੂੰਹ ਵਿੱਚ ਪਾ ਲਿਆ ਤੇ ਚਲਾ ਗਿਆ। ਜਾਣ ਲੱਗੇ ਨੇ ਆਖਿਆ, ਮੈਂ ਕਿਉਂ ਰਿਛ ਬਣਾ, ਤੂੰ ਹੀ ਰਿਛ ਬਣ। ਭਾਈ ਦਸੌਂਧਾ ਜੀ ਹਰ ਵੇਲੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਰਹਿੰਦੇ ਸਨ। ਇਸ ਲਈ ਉਸ ਸਿੱਖ ਦੇ ਵਾਕਾਂ ਨਾਲ ਸੋਭਾ ਰਾਮ ਮਰਨ ਤੋਂ ਬਾਅਦ ਰਿਛ ਬਣ ਗਿਆ। ਭਾਈ ਕੀਰਤੀਏ ਨੇ ਹੱਥ ਜੋੜ ਕੇ ਬੇਨਤੀ ਕੀਤੀ, ਹੇ ਗੁਰੂ ਜੀ, ਮੇਰੇ ਪਿਤਾ ਜੀ ਦੀ ਗਤੀ ਕਰੋ ਅਤੇ ਇਹਨਾਂ ਦੇ ਗੁਨਾਹ ਮਾਫ ਕਰ ਦਿਓ। ਗੁਰੂ ਜੀ ਨੇ ਜਲ ਮੰਗਾਇਆ ਅਤੇ ਸਤਨਾਮ ਵਾਹਿਗੁਰੂ ਕਹਿ ਕੇ ਰਿਛ ਉੱਪਰ ਜਲ ਦਾ ਛਿੱਟਾ ਮਾਰਿਆ ਤਾਂ ਉਹ ਰਿਛ ਨੇ ਆਪਣੀ ਦੇਹ ਤਿਆਗ ਦਿੱਤੀ ਤੇ ਉਹ ਮੁਕਤ ਹੋ ਗਿਆ। ਇਹ ਦੇਖ ਕੇ ਮੰਦਾਰੀ ਰੋਣ ਲੱਗਾ ਅਤੇ ਕਹਿੰਦਾ, ਮਹਾਰਾਜ, ਮੇਰੇ ਪਰਿਵਾਰ ਦੀ ਤਾਂ ਰੋਜੀ ਰੋਟੀ ਹੀ ਇਹ ਰਿਛ ਸੀ, ਇਹ ਰਿਛ ਤਾਂ ਹੁਣ ਤੁਸੀਂ ਮਾਰ ਦਿੱਤਾ, ਹੁਣ ਮੈਂ ਕੀ ਕਰੂੰਗਾ। ਗੁਰੂ ਜੀ ਨੇ ਉਸ ਮੰਦਾਰੀ ਨੂੰ ਰਿਛ ਦੀ ਕੀਮਤ ਤੋਂ ਬਹੁਤ ਜ਼ਿਆਦਾ ਪੈਸੇ ਦੇ ਦਿੱਤੇ ਅਤੇ ਆਖਿਆ, ਤੂੰ ਇੱਕ ਹੋਰ ਰਿਛ ਖਰੀਦ ਲੈ ਤੇ ਬਾਕੀ ਬਚੇ ਪੈਸਿਆਂ ਨਾਲ ਇੱਕ ਸੋਹਣਾ ਜਿਹਾ ਘਰ ਬਣਾ ਲਾ। ਇਸ ਤਰ੍ਹਾਂ ਸੇਵਕ ਆਪਣੇ ਪਿਤਰਾਂ ਨੂੰ ਵੀ ਤਾਰ ਦਿੰਦੇ ਆ। ਜਿਵੇਂ ਗੁਰੂ ਸਾਹਿਬ ਜੀ ਕਹਿੰਦੇ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਮਤਲਬ ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਦੇ ਮੁਖ ਉਜਲੇ ਹੋ ਜਾਂਦੇ, ਭਾਵ ਦਰਗਾਹ ਦੇ ਵਿੱਚ ਜਿਨ੍ਹਾਂ ਦੇ ਮੂੰਹ ਪ੍ਰਵਾਨ ਹੋ ਜਾਂਦੇ ਹੈ, ਕਬੂਲ ਹੋ ਜਾਂਦੇ, ਉਹਨਾਂ ਦੇ ਮੂੰਹੋਂ ਨਿਕਲੀ ਹਰ ਇੱਕ ਗੱਲ ਪੂਰੀ ਹੋ ਜਾਂਦੀ ਹੈ। ਇਹ ਸਾਖੀ ਦੇ ਵਿੱਚ ਦੋ ਗੱਲਾਂ ਮਿਲਦੀਆਂ। ਇੱਕ ਤਾਂ ਇਹ ਕਿ ਭਾਈ ਕੀਰਤੀਏ ਨੇ ਆਪਣੇ ਪਿਤਾ ਨੂੰ ਵੀ ਤਾਰ ਲਿਆ, ਜੋ ਮਰਨ ਤੋਂ ਬਾਅਦ ਹੋਰ ਜੁਨੀ ਵਿੱਚ ਭਟਕਦਾ ਸੀ, ਤੇ 21 ਕੁਲਾਂ ਤਰ ਜਾਂਦੀਆਂ। ਇੱਕ ਤਾਂ ਭਾਈ ਕੀਰਤੀਏ ਨੇ ਗੁਰੂ ਕਾ ਸੇਵਕ ਹੁੰਦਿਆਂ ਹੋਇਆਂ ਆਪਣੇ ਪਿਤਾ ਨੂੰ ਵੀ ਤਾਰ ਲਿਆ, ਜੋ ਰਿਛ ਦੀ ਜੂਨ ਵਿੱਚ ਸੀ। ਤੇ ਦੂਜੀ ਸਿੱਖਿਆ ਸਾਨੂੰ ਇਹ ਮਿਲਦੀ ਹੈ ਕਿ ਜਿਸ ਤਰ੍ਹਾਂ ਭਾਈ ਦਸੌਂਧਾ ਜੀ ਹਰ ਵੇਲੇ ਜਪਜੀ ਸਾਹਿਬ ਜੀ ਦੇ ਪਾਠ ਕਰਦੇ ਰਹਿੰਦੇ ਸਨ, ਤਾਂ ਪਾਠ ਕਰਦਿਆਂ ਕਰਦਿਆਂ ਉਹਨਾਂ ਦੀ ਸੁਰਤ ਅਤੇ ਮੁਖ ਦੋਵੇਂ ਉਜਲੇ ਹੋ ਗਏ, ਪਵਿੱਤਰ ਹੋ ਗਏ, ਦਰਗਾਹ ਵਿੱਚ ਕਬੂਲ ਹੋ ਗਏ, ਤੇ ਉਹਨਾਂ ਦੇ ਮੂੰਹ ਵਿੱਚੋਂ ਨਿਕਲਿਆ ਹੋਇਆ ਬੋਲ ਪੂਰਾ ਹੋ ਗਿਆ। ਇਸ ਤਰ੍ਹਾਂ ਸੋ ਸਾਨੂੰ ਇਹ ਧਿਆਨ ਰੱਖਣਾ ਚਾਹੀਦਾ ਕਿ ਜਿਹੜੇ ਨਾਮ ਜਪਣ ਵਾਲੇ ਹਨ ਨਾ, ਉਹਨਾਂ ਦਾ ਸਤਿਕਾਰ ਕਰੋ, ਇੱਜ਼ਤ ਕਰੋ, ਮਾਣ ਕਰੋ, ਸੇਵਾ ਕਰੋ, ਪਰ ਮਾੜਾ ਬਚਨ ਕਦੇ ਨਾ ਬੋਲੋ, ਨਾ ਪਿੱਠ ਪਿੱਛੇ ਤੇ ਨਾ ਉਹਨਾਂ ਦੇ ਮੂੰਹ ਤੇ ਉਹਨਾਂ ਨੂੰ ਬੁਰਾ ਕਹੋ, ਉਹਨਾਂ ਨੂੰ ਇਰੀਟੇਟ ਨਾ ਕਰੋ। ਪਤਾ ਨਹੀਂ ਉਹਨਾਂ ਨੇ ਕੀ ਬੋਲ ਦੇਣਾ ਤੇ ਸਾਡੇ ਨਾਲ ਕੀ ਹੋ ਜਾਣਾ। ਇਹ ਵੀ ਨਾਲ ਸਾਨੂੰ ਸਿੱਖਿਆ ਮਿਲਦੀ ਹੈ। ਸੋ ਇਸ ਤਰ੍ਹਾਂ ਜਿਨ੍ਹਾਂ ਨੇ ਮਿਹਨਤ ਤੇ ਮੁਸ਼ੱਕਤਾਂ ਕਰਕੇ ਨਾਮ ਦੀ ਔਖੀ ਘਾਲ ਕਮਾਈ ਕੀਤੀ ਹੈ, ਭਗਤੀ ਸਿਮਰਨ ਕੀਤਾ ਹੈ, ਉਹ ਕਿੰਨਿਆਂ ਨੂੰ ਹੀ ਜਮਾਂ ਤੋਂ ਛੁਡਾ ਲੈਂਦੇ ਹਨ ਅਤੇ ਮੁਕਤ ਕਰਾ ਲੈਂਦੇ ਹਨ। ਸੋ ਇਸ ਤਰ੍ਹਾਂ ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਲੋਕ ਦੀ ਵਿਆਖਿਆ ਵੀ ਸੰਪੂਰਨ ਹੋ ਗਈ ਹੈ।
ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ ਉਚਾਰਨ ਵਿਸ਼ਰਾਮ ਅਸੀਂ ਪ੍ਰਮਾਣਾ ਸਹਿਤ ਸਰਵਣ ਕੀਤੇ ਆ, ਤੇ ਇਸ ਦੇ ਜਿਹੜੇ ਅਰਥ ਹਨ ਉਹ ਵੀ ਸੁਣੇ ਆ। ਸੋ ਇਹਦੇ ਜਿਹੜੇ ਉਚਾਰਨ ਆ ਨਾ, ਉਚਾਰਨ ਮੀਨਸ ਪ੍ਰੋਨਾਂਸੀਏਸ਼ਨ, ਉਹ ਪ੍ਰਾਚੀਨ ਤਰੀਕੇ ਦੇ ਨਾਲ ਕੀਤੀ ਗਈ ਹੈ। ਮਤਲਬ ਜਿਸ ਤਰ੍ਹਾਂ ਸ਼ੁਰੂ ਤੋਂ ਸਿੱਖ ਬਾਣੀ ਪੜ੍ਹਦੇ ਹੁੰਦੇ ਸੀ, ਸਿੰਘ ਜਿਹੜੇ ਬਾਣੀ ਪੜ੍ਹਦੇ ਹੁੰਦੇ ਸੀ, ਬਾਣੀ ਦਾ ਉਚਾਰਨ ਕਰਦੇ ਹੁੰਦੇ ਸੀ, ਉਸ ਤਰੀਕੇ ਦੇ ਨਾਲ ਹੀ ਵਿਆਕਰਨ ਦੇ ਅਨੁਸਾਰ ਬਾਣੀ ਦਾ ਉਚਾਰਨ ਕੀਤਾ ਗਿਆ। ਵਿਆਕਰਨ ਅਨੁਸਾਰ ਹੀ, ਸਿਧਾਂਤ ਅਨੁਸਾਰ ਹੀ ਇਸ ਦੇ ਅਰਥ ਕੀਤੇ ਗਏ ਹਨ, ਤੇ ਵਿਆਕਰਨ ਅਨੁਸਾਰ ਹੀ ਇਸ ਦੇ ਵਿਸ਼ਰਾਮ ਲਾਏ ਗਏ ਹਨ, ਪੁਰਾਣੀ ਰੀਤੀ ਦੇ ਅਨੁਸਾਰ। ਸੋ ਅੱਜ ਕੱਲ੍ਹ ਲੋਕਾਂ ਨੇ ਵਿਆਕਰਨ ਦੇ ਮੀਨਿੰਗ ਵੀ ਆਪਦੇ ਤਰੀਕੇ ਨਹੀਂ ਕੱਢ ਲਏ ਹਨ। ਲੋਕ ਗਲਤ ਬਾਣੀ ਪੜ੍ਹ ਕੇ, ਗਲਤ ਵਿਸ਼ਰਾਮ ਪੜ੍ਹ ਕੇ ਜਪਜੀ ਸਾਹਿਬ ਪੜ੍ਹੀ ਜਾਂਦੇ, ਬਾਣੀ ਪੜ੍ਹੀ ਜਾਂਦੇ ਆ। YouTube ਤੇ ਦੇਖ ਲਓ, ਜਪਜੀ ਸਾਹਿਬ ਜੀ ਦੇ ਪਾਠ ਕਿੰਨੇ ਲੋਕਾਂ ਨੇ ਪਾਏ ਆ, ਤੇ ਸਾਰਿਆਂ ਨੇ ਨਾਲ ਲਿਖਿਆ ਹੋਇਆ ਵਿਆਕਰਨ ਦੇ ਅਨੁਸਾਰ ਬਾਣੀ ਦਾ ਉਚਾਰਨ, ਸ਼ੁੱਧ ਉਚਾਰਨ। ਬੜੀ ਮਿੱਠੀ ਤੇ ਸੁਰੀਲੀ ਆਵਾਜ਼ ਦੇ ਵਿੱਚ ਜਪਜੀ ਸਾਹਿਬ ਦਾ ਪਾਠ ਸੁਣੋ ਜੀ। ਕਿੰਨੀਆਂ YouTube ਤੇ ਲੋਕਾਂ ਨੇ ਪਾਏ ਹੋਏ ਆ, ਪਰ ਜਿਹੜੇ ਵਿਆਕਰਨ ਅਨੁਸਾਰ ਕਈਆਂ ਨੇ ਲਿਖੇ ਹੋਏ ਆ ਤੇ ਉਹ ਨਾਲ ਬਿੰਦੀਆਂ ਵੀ ਲਾਈ ਜਾਂਦੇ ਆ, ਉਹਨਾਂ ਦਾ ਵਿਆਕਰਨ ਆਪਦਾ ਹੀ ਹੈ। ਉਹ ਕਹਿੰਦੇ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਉਹ ਵਿਸ਼ਰਾਮ ਆਪਦੇ ਹਿਸਾਬ ਨਾਲ ਲਾ ਕੇ ਕਹਿੰਦੇ ਜੀ ਇਹ ਵਿਆਕਰਨ ਹੈ। ਉਹ ਆਪਦੇ ਹਿਸਾਬ ਨਾਲ ਹੀ ਕਹਿੰਦੇ ਸੁਣਿਆ ਧਰਤ ਤਵਲ ਆਕਾਸ਼, ਆਕਾਸ਼ ਨੂੰ ਆਕਾਸ਼ ਹੀ ਬੋਲੀ ਜਾਂਦੇ ਆ। ਸੁਣਿਆ ਦੁੱਖ ਪਾਪ ਕਾ ਨਾਸ਼, ਸੱਸੇ ਦੇ ਪੈਰ 'ਚ ਬਿੰਦੀ ਕੋਲੋਂ ਹੀ ਲਾਤੀ ਨਾਸ਼, ਉੱਥੇ ਨਾਸ ਲਿਖਿਆ ਹੋਇਆ। ਆਪਦੇ ਕੋਲੋਂ ਹੀ ਬਿੰਦੀ ਲਾ ਕੇ ਕਹਿੰਦੇ ਜੀ ਵਿਆਕਰਨ ਅਨੁਸਾਰ ਬਾਣੀ ਦਾ ਉਚਾਰਨ ਹੈ। ਇਹ ਸਾਡੇ ਵਿਆਕਰਨ ਵੀ, ਗ੍ਰਾਮਰ ਵੀ ਸਾਡੀ ਜਿਹੜੀ ਆ ਉਹ ਆਪਦੇ ਹਿਸਾਬ ਨਾਲ ਹੀ ਬਣ ਗਈ ਆ। ਹੁਣ ਸਾਡੀਆਂ ਆਪਦੀਆਂ ਗ੍ਰਾਮਰਸ ਹੋ ਗਈਆਂ, ਸਾਡੇ ਆਪਦੇ ਵਿਆਕਰਨ ਹੋ ਗਏ, ਆਪਦੇ ਸਾਡੇ ਵਿਸ਼ਰਾਮ ਹੋ ਗਏ। ਸੋ ਨਹੀਂ, ਇਹ ਜੋ ਬਾਣੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਉਚਾਰਨ ਵਿਸ਼ਰਾਮ ਜੋ ਵੀ ਆਪ ਜੀ ਨੇ ਸੁਣੇ ਆ, ਸਾਰੇ ਅਰਥ ਭਾਈ ਕਾਹਨ ਸਿੰਘ ਜੀ ਨਾਭਾ ਜੀ ਦੇ ਮਹਾਨ ਕੋਸ਼ ਅਨੁਸਾਰ, ਫਰੀਦਕੋਟ ਵਾਲੇ ਟੀਕੇ ਅਨੁਸਾਰ ਕੀਤੇ ਗਏ ਆ। ਉਹਨਾਂ ਤੋਂ ਬਾਹਰ ਇੱਕ ਵੀ ਅਰਥ ਨਹੀਂ ਆ। ਇਹਦਾ ਜਿਹੜਾ ਉਚਾਰਨ ਆ ਉਹ ਪ੍ਰਾਚੀਨ ਸਿੰਘਾਂ, ਜਿਵੇਂ ਪ੍ਰਾਚੀਨ ਸਿੰਘ, ਪੁਰਾਣੇ ਸਿੰਘ ਬਾਣੀ ਪੜ੍ਹਦੇ ਹੁੰਦੇ ਸੀ, ਉਵੇਂ ਹੀ ਇਹਦਾ ਉਚਾਰਨ ਕੀਤਾ ਗਿਆ। ਸੋ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਤੁਸੀਂ ਵੀ ਸਾਰੇ ਸ਼ੁੱਧ ਅਤੇ ਸਪਸ਼ਟ ਸਹੀ ਵਿਸ਼ਰਾਮਾਂ ਦੇ ਨਾਲ ਸਹੀ ਉਚਾਰਨ ਕਰਕੇ ਬਾਣੀ ਪੜ੍ਹੋ, ਗੁਰੂ ਮਹਾਰਾਜ ਦੀ ਖੁਸ਼ੀ ਪ੍ਰਾਪਤ ਹੋਵੇਗੀ। ਸੋ ਬਾਣੀ ਦਾ ਪਾਠ ਕਰਦਿਆਂ, ਗੁਰਬਾਣੀ ਦੇ ਅਰਥ ਕਰਦਿਆਂ, ਗੁਰਬਾਣੀ ਦੇ ਉੱਪਰ ਵਿਸ਼ਰਾਮ ਲਾਉਂਦਿਆਂ, ਉਚਾਰਨ ਕਰਦਿਆਂ ਗਲਤੀਆਂ ਹੋ ਜਾਂਦੀਆਂ ਬੰਦੇ ਤੋਂ। ਕੋਈ ਵੀ ਬੰਦਾ ਪਰਫੈਕਟ ਨਹੀਂ ਹੈ। ਕੋਈ ਵੀ ਬੰਦਾ ਕਹਿ ਦੇ ਵੀ ਮੈਂ ਪਰਫੈਕਟ ਹਾਂ, ਪਰਫੈਕਟ ਕੋਈ ਨਹੀਂ ਹੈ। ਬਹੁਤ ਗਲਤੀਆਂ ਹੋ ਜਾਂਦੀਆਂ ਬੰਦੇ ਤੋਂ, ਮਾਫ ਕਰਨਾ। ਕਿਉਂਕਿ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਜਾਂ ਕੋਈ ਵੀ ਬਾਣੀ ਇਹੋ ਜਿਹੀ ਹੈ, ਜਿਹੜੇ ਅਰਥ ਮੈਂ ਹੁਣ ਕੀਤੇ ਆ ਨਾ, ਜਪਜੀ ਸਾਹਿਬ ਦੇ ਹੁਣ ਕੀਤੇ ਆ, ਅਦਰਵਾਈਜ਼ ਮੈਂ ਹੋਰ ਕਿਤੇ ਇਹ ਅਰਥ ਕਰਾਂਗਾ ਤਾਂ ਉਹਦੇ ਵਿੱਚੋਂ ਹੋਰ ਨੌਲੇਜ ਬਾਹਰ ਆਊਗੀ ਮੇਰੀ, ਉਦੋਂ ਹੋਰ ਤਰੀਕੇ ਨਾਲ, ਹੋਰ ਇਸ ਤੋਂ ਵਧੀਆ ਤਰੀਕੇ ਨਾਲ ਹੋਣਗੇ। ਫਿਰ ਇਸ ਤੋਂ ਬਾਅਦ ਦੇਰ ਬਾਅਦ ਹੋਰ ਦੁਬਾਰਾ ਅਰਥ ਕਰਨੇ ਚਾਹੂੰਗਾ ਮੈਂ ਇਹਦੇ, ਤਾਂ ਉਸ ਤੋਂ ਵੀ ਹੋਰ ਵਧੀਆ ਤਰੀਕੇ ਨਾਲ, ਡਿਟੇਲ ਨਾਲ ਮੇਰੇ ਕੋਲ ਅਰਥ ਹੋ ਜਾਣਗੇ। ਐਵੇਂ ਜਿਹੜਾ ਬਾਣੀ ਦਾ ਬੋਧ ਆ ਨਾ, ਬਾਣੀ ਦਾ ਗਿਆਨ ਆ ਜਿਹੜਾ, ਉਹ ਹਰ ਰੋਜ਼ ਨਵਾਂ ਅੱਗੇ ਵੱਧਦਾ। ਜਿਵੇਂ ਮਸਕੀਨ ਜੀ ਨੇ ਵੀ ਇੱਕ ਵਾਰੀ ਕਿਹਾ ਸੀ, ਕਹਿੰਦੇ ਮੈਂ ਸ਼ੁਰੂ ਵਿੱਚ ਜੋ ਜਪਜੀ ਸਾਹਿਬ ਦੇ ਅਰਥ ਕੀਤੇ ਸਨ ਨਾ, ਤੇ ਅੱਜ ਮੈਨੂੰ ਉਹਨਾਂ ਦੇ ਵਿੱਚ ਖੁਦ ਨੂੰ ਹੀ ਗਲਤੀਆਂ ਦਿਖਾਈ ਦੇ ਜਾਂਦੀਆਂ। ਹੁਣ ਜਦੋਂ ਮੈਂ ਜਪਜੀ ਸਾਹਿਬ ਦੇ ਅਰਥ ਕੀਤੇ ਤੇ ਮੈਂ ਹੋਰ ਸਾਫ਼ ਸੁਥਰੇ ਤੇ ਹੋਰ ਗਿਆਨ ਦੇ ਨਾਲ ਕੀਤੇ ਆ। ਇਸ ਤਰ੍ਹਾਂ ਬਾਣੀ ਨੂੰ ਜਿੰਨੇ ਵਾਰੀ ਪੜ੍ਹੋਗੇ ਓਨੇ ਵਾਰੀ ਹੀ ਨਵਾਂ ਸਵਾਦ ਆਊਗਾ, ਨਵਾਂ ਰਸ ਆਊਗਾ। ਬਾਣੀ ਦੇ ਜਿੰਨੇ ਵਾਰੀ ਤੁਸੀਂ
ਅਰਥ ਕਰੂੰਗੇ ਜਾਂ ਅਸੀਂ ਕਿੰਨੇ ਵਾਰੀ ਵੀ ਅਰਥ ਕਰਾਂਗੇ, ਉਨੀ ਵਾਰੀ ਉਹਦੇ ਵਿੱਚ ਹੋਰ ਗਿਆਨ ਦਾ ਵਾਧਾ ਹੁੰਦਾ ਹੈ। ਇਸ ਤਰ੍ਹਾਂ ਇਸ ਮੌਕੇ ਦੀ ਮੱਤ ਦੇ ਅਨੁਸਾਰ ਜੋ ਅਰਥ ਕੀਤੇ ਹਨ, ਉਚਾਰਨ ਕੀਤੇ, ਵਿਸ਼ਰਾਮ ਕੀਤੇ ਹੈ, ਉਸ ਦੇ ਵਿੱਚ ਹੋਈਆਂ ਭੁੱਲਾਂ ਦੀ ਮਾਫੀ ਸਾਰੀ ਸੰਗਤ ਤੋਂ ਹੱਥ ਜੋੜ ਕੇ ਮੰਗਦੇ ਹਾਂ ਜੀ। ਮਾਫ ਕਰਨਾ, ਗਲਤੀਆਂ ਨੂੰ ਸਤਿਗੁਰੂ ਜੀ ਵੀ ਸੁਧਾਰ ਲੈਣ, ਤੇ ਤੁਹਾਨੂੰ ਕਿਤੇ ਲੱਗਦਾ ਵੀ ਇੱਥੇ ਗਲਤ ਹੈ, ਤੁਸੀਂ ਆਪ ਹੀ ਉਸ ਗਲਤੀ ਨੂੰ ਸੁਧਾਰ ਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।